श्री गुरु नानक पाद पंकज बंदन, पाद पंकज बंदन। सिमरो अंगद दोख निकंदन, दोख निकंदन। अमरदास गुर हृदय त्याम, हृदय त्याम। श्री गुरु रामदास गुण गाम, श्री गुरु रामदास गुण गाम। गुरु अर्जन विघ्नन के नाशक, विघ्नन के गुरु हर गोबिंद शुभ मत प्रकाश, शुभ मत प्रकाश। गुरु हर राय नमो कर जोरी, नमो कर। गुरु हर कृष्ण मनाए बहोरी, मनाए बहोरी। तेग बहादुर परम कृपाला, परम कृपाला। गुरु गोबिंद सिंह विसाला, गुरु गोबिंद सिंह विसाल। तरों तरा पुर पुन पुन सीसा जी, पुन बंदों बार बार जगदीशा, बंदों बार बार जगदीशा। श्री गुरु ग्रंथ साहिब पातशाह महाराज जी दी पावन पवित्र हजूरी अंदर जुड़ बैठी साध संगत जी। आप जी साहिब श्री गुरु तेग बहादुर महाराज जी दे उस मुकद्दस अस्थान, एक सिख ते गुरु दे प्रेम का प्रतीक ये महान अस्थान गुरुद्वारा शीशगंज साहिब, आप जी इत्थे एकत्र होए हो। क्योंकि जदों किते दास दे अंदर प्रेम की गल चलती है, मैनूं इस अस्थान की वो विथया याद आउंदी है। किवें एक सिख प्रेम दे विच भिज के अपने बच्चों की, अपने परिवार की परवाह ना करता होया अपने गुरु नूं सारी रात इस पावन स्थान ते चौर करदा है। नाल दी नाल अखां चों अथरू डिगदे ने, नाल नाल गुरु का प्रेम अंदर बनता है। ये महान अस्थान जिथे आप जी जुड़ बैठे हो। साहिब जी कृपा करन सानू भी किते अपने उस प्रेम की दात बख्शण जिहदे नाल जिंदगी होर सोहनी अते सुंदर बन सके। शाम दे दीवाना दे विच जो श्री गुरु अमरदास पातशाह महाराज जी दे पावन जीवन की कथा चल रही है, उस दे अंदर श्री गुरु अमरदास जी गुरु अंगद साहिब जी के द्वारे ते बड़ी सेवा निभा रहे ने। दिन रात सेवा करते हैं, लकड़ा लैके आउंदे ने, इशनान कराउंदे ने, सिखां दे कपड़े धोंदे ने, सुकाउंदे ने। उम्र बहुत ज़्यादा है, फिर भी सेवा च थकते नहीं। आओ हुण जिवें अगे कथा चलती है, बड़े प्यार सत्कार दे नाल श्रवण करो। कथा आरंभ करन तो पहला गुरु जी वालों बख्शे हुए गुरु मंत्र दे नाल सांझ पाओ। बड़े प्यार सत्कार नाल अदब नाल बोलो जी। सतनाम श्री वाहेगुरु साहिब, सतनाम श्री वाहेगुरु साहिब जी। जब के ते सीस
पर बांधे बहुल न तरे उतारण कीना। ਮਹਾਰਾਜ ਜੀ ਜਿੰਨੇ ਜਿੰਨੋਂ ਵੀ ਸਿਰੋਂ ਪਾਓ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦੇ ਰਹੇ ਨੇ। ਹਜੇ ਗੁਰੂ ਨਹੀਂ ਹਨ, ਸ਼੍ਰੀ ਅਮਰਦਾਸ ਜੀ ਨੂੰ ਦੇ ਰਹੇ ਨੇ। ਬੜੇ ਪ੍ਰੇਮ ਸਤਿਕਾਰ ਦੇ ਨਾਲ ਸਿਰ ਤੇ ਬੰਨ੍ਹ ਲੈਂਦੇ ਹਨ। ਕਰਤ ਰਹਿਤ ਜਨ ਪ੍ਰਤ ਦ੍ਰਿੜ ਤਿਨ ਕੋ ਰਹਿਣ ਦਿਵਸ ਮਨ ਪ੍ਰੇਮ ਪ੍ਰਵੀਨ। ਦਿਨ ਅਤੇ ਰਾਤ ਗੁਰੂ ਦੀ ਭਗਤੀ, ਗੁਰੂ ਦੀ ਬਾਣੀ ਅੰਦਰ ਦ੍ਰਿੜ ਕਰਦੇ ਰਹਿੰਦੇ ਨੇ, ਕਿਉਂਕਿ ਅੰਦਰ ਵਿਸ਼ਵਾਸ ਵੱਜਾ ਹੋਇਆ ਹੈ ਜਿਹੜੇ ਗੁਰੂ ਦੇ ਦਰ ਤੇ ਮੈਂ ਸੇਵਾ ਕਰ ਰਿਹਾ ਇਹ ਗੁਰੂ ਬਹੁਤ ਮਹਾਨ ਹੈ। ਜਦੋਂ ਵੀ ਕਿਸੇ ਦੇ ਦਰ ਤੇ ਮਨੁੱਖ ਸੇਵਾ ਕਰਦਾ ਨਾ, ਕਿਸੇ ਕੋਲ ਮੰਗਣ ਜਾਂਦਾ ਹੈ, ਮੰਗਣ ਤੋਂ ਪਹਿਲਾਂ ਆਪਣੇ ਮਨ ਵਿੱਚ ਉਹ ਦ੍ਰਿੜ ਕਰਕੇ ਜਾਂਦਾ ਹੈ ਜਿਹਦੇ ਕੋਲ ਮੰਗਣ ਚੱਲਿਆ ਉਹਦੇ ਕੋਲ ਬਹੁਤ ਕੁਛ ਹੈ। ਜੇ ਕਿਤੇ ਮਨੁੱਖ ਆਪਣੇ ਮਨ ਵਿੱਚ ਇਹ ਦ੍ਰਿੜ ਕਰ ਲਵੇ ਜਿਹਦੇ ਦਰ ਤੇ ਮੈਂ ਬੈਠਾ ਉਹ ਮਹਾਨ ਦਾਤਾ ਨਹੀਂ ਹੈ, ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਤੇ ਸਾਰੀ ਦੁਨੀਆ ਦਾ ਰਾਜਾ ਹੈ। ਜਿਹਦੇ ਦਰ ਦੇ ਮੈਂ ਜਾ ਕੇ ਮੰਗਣ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਦਰ ਤੇ ਸੇਵਾ ਕਰ ਰਿਹਾ, ਹੋ ਸਕਦਾ ਹੈ ਮੇਰੀ ਘਾਲਣਾ 'ਚ ਕਮੀ ਹੋ ਸਕਦੀ ਹੈ, ਗੁਰੂ ਦੇ ਦੇਣ 'ਚ ਕੋਈ ਕਮੀ ਨਹੀਂ। ਹੋ ਸਕਦਾ ਹੈ ਕਿਤੇ ਕੋਈ ਕਿਸੇ ਪੁਰਾਣੇ ਕਰਮ ਐਸੇ ਅੜੇ ਹੋਏ ਨੇ ਉਹਨਾਂ ਦੀ ਦਿੱਕਤ ਹੋ ਸਕਦੀ ਹੈ, ਗੁਰੂ ਵੱਲੋਂ ਕੋਈ ਕਮੀ ਨਹੀਂ, ਕਿਉਂਕਿ ਗੁਰੂ ਤੇ ਹਮੇਸ਼ਾ ਦੇਣ ਤੇ ਹੈ ਤੇ ਗੁਰੂ ਹੁੰਦਾ ਵੀ ਉਹ ਹੈ ਜਿਹੜਾ ਦੇਵੇ। ਜਿਹੜਾ ਖੋਵੇ ਉਹ ਗੁਰੂ ਥੋੜੀ ਨਾ। ਗੁਰੂ ਦਾ ਤੇ ਪਰਮੇਸ਼ਰ ਦਾ ਇੱਕੋ ਸੁਭਾਅ ਹੁੰਦਾ, ਦੇਣਾ, ਦਿੰਦਾ ਦੇ ਹੀ ਜਾ ਰਿਹਾ, ਉਹਦਾ ਸੁਭਾਅ ਹੀ ਐਸਾ ਹੈ। ਇਸ ਕਰਕੇ ਇੱਥੇ ਕਹਿ ਰਹੇ ਨੇ, ਕਹਿੰਦੇ ਹਮੇਸ਼ਾ ਮਨ ਦੇ ਵਿੱਚ ਇੱਕ ਹੀ ਤੜਫ ਹੈ, ਇੱਕ ਹੀ ਯਾਦ ਹੈ, ਉਹ ਗੁਰੂ ਦੀ ਯਾਦ ਹੈ। ਦੂਜੀ ਯਾਦ, ਦੁਨੀਆ ਦੀ ਯਾਦ ਮਨ ਵਿੱਚ ਨਹੀਂ ਆਉਂਦੀ। ਕਿਉਂ? ਗੁਰੂ ਸਾਰਿਆਂ ਹੀ ਪਦਾਰਥਾਂ ਦਾ ਮਾਲਕ ਹੈ। ਅਪਰ ਬਾਸਨਾ ਰਹੀ ਨਾ ਕੋ ਚਰਨ ਕਮਲ ਸਿਮਰਤ ਹੋਏ ਦੀਨ। ਅਪਰ ਬਾਸਨਾ, ਹੋਰ ਕੋਈ ਅੰਦਰ ਵਾਸਨਾ ਨਹੀਂ। ਮਨ ਨਿਰਮਲ ਹੋ ਗਿਆ। ਕਬੀਰ ਮਨ ਨਿਰਮਲ ਭਇਓ ਜੈਸੇ ਗੰਗਾ ਨੀਰ। ਮਨ ਨਿਰਮਲ ਹੋ ਗਿਆ, ਅੰਦਰ ਕੋਈ ਵਾਸਨਾ ਨਹੀਂ ਹੈ, ਅੰਦਰ ਕੋਈ ਹੋਰ ਤਾਂਘ ਨਹੀਂ ਕਿਸੇ ਹੋਰ ਦੀ, ਕਿਸੇ ਹੋਰ ਦੀ ਆਸ ਨਹੀਂ, ਨਾ ਕਿਸੇ ਪਰਿਵਾਰ ਦੀ, ਨਾ ਸੰਬੰਧੀ ਦੀ, ਨਾ ਭੈਣ ਦੀ, ਨਾ ਭਰਾ ਦੀ। ਵੈਦੋ ਨਾ ਵਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਨਾ ਕਿਸੇ ਭੈਣ ਦੀ ਆਸ, ਨਾ ਕਿਸੇ ਭਰਾ ਦੀ ਆਸ, ਨਾ ਕਿਸੇ ਡਾਕਟਰ ਦੀ ਆਸ, ਸਭ ਆਸਾਂ ਗੁਰੂ ਦੀਆਂ। ਐਸੀ ਜਦੋਂ ਆਸ ਦ੍ਰਿੜ ਹੋਈ, ਜਿਸ ਦਿਨ ਐਸੀ ਆਸ ਬਣ ਗਈ, ਕਹਿੰਦੇ ਦਿਨ ਰਾਤ ਰੱਬ ਦੇ ਨਾਂ 'ਚ ਜੁੜੇ ਰਹੇ, ਮਨ ਨਿਰਮਲ ਹੋ ਗਿਆ ਹੈ। ਕਹਿਨ ਸੁਨਨ ਕਹੇ ਸੋ ਨਾ ਕਰੇ ਕਬ, ਇੱਕ ਸੇਵਾ ਕੇ ਤਤਪਰ ਕੀਨ। ਮਨ ਦੇ ਵਿੱਚ ਇੱਕ ਇਰਾਦਾ ਧਰਿਆ ਸੀ। ਇਹ ਬੜੀ ਸੋਹਣੀ ਗੱਲ ਇਹ ਕਹਿ ਰਹੇ ਨੇ ਇਤਿਹਾਸਕਾਰ। ਮਨ ਦੇ ਵਿੱਚ ਇਹ ਇਰਾਦਾ ਸੀ, ਘਰੋਂ ਆਏ ਨੇ ਗੁਰੂ ਅੰਗਦ ਸਾਹਿਬ ਜੀ ਦੇ ਕੋਲ, ਸ਼੍ਰੀ ਗੁਰੂ ਰਾਮਦਾਸ ਜੀ, ਇੱਕ ਹੀ ਇਰਾਦਾ ਲੈ ਕੇ, ਮੈਂ ਉੱਥੇ ਚੱਲਿਆ। ਇਹ ਨਹੀਂ ਉੱਥੇ ਜਾ ਕੇ ਗੱਲਾਂ ਕਰਾਂਗਾ, ਨਾ, ਇਹ ਨਹੀਂ ਉੱਥੇ ਜਾ ਕੇ ਕੋਈ ਹੋਰ ਵੀ ਕੰਮ ਕਰਾਂਗਾ, ਨਹੀਂ, ਇੱਕ ਹੀ ਇਰਾਦਾ, ਗੁਰੂਦੁਆਰੇ ਚੱਲਿਆ, ਗੁਰੂ ਦੇ ਦਰ ਤੇ ਸੇਵਾ ਕਰਾਂਗਾ, ਬਸ। ਇੱਡੇ ਸੇਵਾ ਵਿੱਚ ਡੁੱਬ ਕੇ ਕਿਸੇ ਨਾਲ ਗੱਲ ਨਹੀਂ ਕਰਦੇ, ਕਿਸੇ ਨਾਲ ਕੋਈ ਫਾਲਤੂ ਗੱਲ ਨਹੀਂ, ਕਿਸੇ ਦੇ ਨਾਲ ਕੋਈ ਵਿਚਾਰ ਨਹੀਂ, ਬਸ ਇੱਕੋ ਵਿਚਾਰ, ਇੱਕੋ ਮਨ ਦੇ ਵਿੱਚ ਤੜਫ, ਉਹ ਸਿਰਫ ਗੁਰੂ ਦੀ ਸੇਵਾ ਦੀ ਹੈ। ਬਰਖ ਦਵਾਦਸ਼ੋ ਸੇਵਤ ਆਇਓ ਜੀਰਨ ਚੀਰ ਸਰੀਰ ਸੁਛਾਦ। 12 ਸਾਲ ਹੋ ਗਏ ਨੇ ਸੇਵਾ ਕਰਦਿਆਂ ਕਰਦਿਆਂ। ਕਹਿੰਦੇ ਸਰੀਰ ਦੇ ਕੱਪੜੇ ਨੇ ਉਹ ਵੀ ਪਾਟ ਗਏ ਨੇ। ਲਗਾਤਾਰ ਸੇਵਾ ਕਰਦੇ ਰਹੇ, ਸਰੀਰ ਦੇ ਕੱਪੜਿਆਂ ਦੀ ਸੁੱਧ ਹੀ ਹੈ ਨਹੀਂ ਵੀ ਮੈਂ ਕੱਪੜੇ ਵੀ ਸੁਧਾਰਨੇ, ਨਹੀਂ, ਸੇਵਾ ਬਸ। ਦਿਨ ਰਾਤ ਸੇਵਾ, ਦਿਨ ਰਾਤ ਸਿਮਰਨ, ਗੱਲ ਹੀ ਦੂਜੀ ਨਹੀਂ ਕੋਈ। ਹਮੇਸ਼ਾ ਮਨ ਦੇ ਵਿੱਚ ਇਹ ਚਿਤਵਨੀ ਉਹਨਾਂ ਦੇ ਬਣੀ ਰਹਿੰਦੀ ਹੈ। ਪੱਗ ਮੈਂ ਭਈ ਬਿਮਾਈ ਫਟਕਰ ਖਾਣ ਪਾਣ ਤੋਂ ਚਹਿ ਨਾ ਸਾਧ। ਐਸੀ ਅਵਸਥਾ ਬਣ ਗਈ ਸਰੀਰ ਦੀ, ਪੈਰਾਂ ਦੇ ਥੱਲੇ ਪੈਰ ਪਾਟ ਜਾਂਦੇ ਨੇ, ਜਿਹਨੂੰ ਬਵਾਈਆਂ ਕਹਿੰਦੇ ਨੇ, ਬਵਾਈਆਂ ਪਾਟ ਗਈਆਂ। ਹਮੇਸ਼ਾ ਹੱਥਾਂ ਦੇ ਉੱਤੇ, ਜਿਹੜੇ ਹੱਥਾਂ ਦੇ ਬਵਾਈਆਂ ਨੇ, ਉੱਤੇ ਹੱਥ ਦਾ ਮਾਸ ਹੈ ਉਹ ਵੀ ਪਾਟ ਗਿਆ ਸੇਵਾ ਕਰ ਕਰਕੇ। ਪਰ ਸੇਵਾ ਸਦਾ ਇਹ ਨਹੀਂ, ਸੇਵਾ ਕਰਦਿਆਂ ਖਾਣ ਪੀਣ ਵਿੱਚ ਧਿਆਨ ਨਹੀਂ, ਸਿਰਫ ਸੇਵਾ ਤੇ ਸੇਵਾ।
ਬਜ਼ੁਰਗ ਆਯੂ ਹੈ, ਬਜ਼ੁਰਗ ਆਯੂ ਦੇ ਵਿੱਚ ਵੀ ਸੇਵਾ ਵਿੱਚ ਲੱਗੇ ਹੀ ਰਹਿੰਦੇ ਹਨ। ਜਲ ਸੋ ਪੀਜ ਹਾਥ ਤਿਸ ਬਿਦਤੈ ਕਬ ਬੈਠੇ ਸੁਣ ਸ਼ਬਦ ਸੋ ਨਾਦ। ਅਸਲ ਦੇ ਵਿੱਚ ਜਲ ਦੇ ਵਿੱਚ ਹੱਥ ਭਿੱਜ ਜਾਂਦੇ ਨੇ, ਕੱਪੜੇ ਭਿੱਜ ਜਾਂਦੇ ਨੇ, ਤੇ ਆਪ ਕਹਿੰਦੇ ਜਿਹੜੇ ਸਿੱਖ ਨੇ ਉਹ ਕਦੀ ਬੈਠ ਕੇ ਸ਼ਬਦ ਕੀਰਤਨ ਇਹ ਸੁਣਦੇ ਰਹਿੰਦੇ ਨੇ। ਸਿੱਖ ਇਹ ਵੇਖ ਕੇ ਹੈਰਾਨ ਹੋਈ ਜਾਂਦੇ ਨੇ ਵੀ ਇੰਨੀ ਮਹਾਨ ਸੇਵਾ ਇਹ ਕਿਵੇਂ ਕਰ ਰਹੇ ਹਨ। ਕਾਲੀ ਕਾਲ ਅਦਕ ਜਬ ਐਸੇ ਦੇਖਤ ਸਿੱਖੇ ਹੋਏ ਬਿਸਮਾਦ। ਜਦੋਂ ਇੰਨੀ ਘਾਲ ਘਾਲ ਲਈ, ਇੰਨੀ ਘਾਲਣਾ ਘਾਲ ਲਈ, ਪੈਰਾਂ ਦੀ ਪਰਵਾਹ ਨਹੀਂ, ਸਰੀਰ ਦੀ ਪਰਵਾਹ ਨਹੀਂ, ਸਿੱਖ ਵਿਸਮਾਦ 'ਚ ਆ ਗਏ। ਸਾਰੇ ਬੜੇ ਹੈਰਾਨ ਹੁੰਦੇ ਨੇ ਵੀ ਐਸਾ ਵੀ ਕੋਈ ਸੇਵਕ ਹੋਏਗਾ, ਇੰਨਾ ਵੀ ਕਿਸੇ ਨੂੰ ਪਿਆਰ ਹੋਏਗਾ ਗੁਰੂ ਨਾਲ, ਵੀ ਇੰਨੀ ਵੱਡੀ ਕਮਾਈ ਵੀ ਕੋਈ ਜ਼ਿੰਦਗੀ ਵਿੱਚ ਕਰ ਸਕਦਾ ਹੈ। ਮਦਰੋਂ ਢੀਲ ਸਰੀਰ ਅਲਪ ਇਨ ਬਹੁਰ ਬ੍ਰਿਧ ਬਲ ਲੈ ਜਿਨ ਮਾਹੇ। ਉਹ ਕਹਿੰਦੇ ਨੇ ਛੋਟਾ ਜਿਹਾ ਸਰੀਰ ਹੈ ਨਾ, ਕੱਦ ਛੋਟਾ ਸੀ ਤੇ ਬੁੱਢਾ ਸਰੀਰ ਹੋ ਗਿਆ। ਕਿਤੇ ਸਰੀਰ ਵੀ ਬੁੱਢਾ ਹੈ, ਬਲਹੀਣ ਹੋ ਗਿਆ, ਪਰ ਫਿਰ ਵੀ ਇਹ ਇਸ ਕੰਮ ਦੇ ਵਿੱਚ ਲੱਗੇ ਰਹਿੰਦੇ ਹਨ। ਸਵੇਤ ਕੇਸ਼ ਤਨ ਚਰਬ ਸਿਬਤੀ ਸਨ ਬਹੁ ਸੇਵਾ ਸਭ ਕੇ ਅਧਿਕ ਕਰਾਹੇ। ਸਰੀਰ ਦੇ ਜਿਹੜੇ ਸਿਰ ਦੇ ਵਾਲ ਨੇ ਚਿੱਟੇ ਹੋ ਗਏ ਨੇ, ਨਾਲ ਦੀ ਨਾਲ ਸਰੀਰ ਤੇ ਜਿਹੜਾ ਮਾਸ ਹੈ, ਸਰੀਰ ਦਾ ਜਿਹੜਾ ਮਾਸ ਉਹ ਢਿੱਲ ਗਿਆ ਬੁਢੇਪੇ ਦੇ ਕਾਰਨ। ਪਰ ਸਭ ਤੋਂ ਕਮਾਲ ਦੀ ਗੱਲ ਸਾਧ ਸੰਗਤ ਇਹ ਹੈ, ਸੇਵਾ ਬੜੀ ਕਰਦੇ ਨੇ। ਇੰਨੀ ਸੇਵਾ ਤੇ ਜਵਾਨ ਨਹੀਂ ਕਰ ਰਹੇ ਜਿੰਨੀ ਸੇਵਾ ਸ਼੍ਰੀ ਅਮਰਦਾਸ ਜੀ ਕਰ ਰਹੇ ਨੇ। ਤੇ ਇਹ ਸੇਵਾ ਕਰ ਰਹੇ ਨੇ ਪਰ ਆਪਣੇ ਸਰੀਰ ਦਾ ਉਹਨਾਂ ਨੂੰ ਇਹਦਾ ਕੋਈ ਵੀ, ਸਰੀਰ ਦੇ ਜਿੰਨੇ ਵੀ ਅੰਗ ਨੇ ਉਹਨਾਂ ਦੀ ਵਸਤਰਾਂ ਦੀ ਸੇਵਾ ਜਾਂ ਜੋ ਵੀ ਇਹ ਕਰ ਰਹੇ ਨੇ, ਨਾਲ ਦੀ ਨਾਲ ਇਸ ਚੀਜ਼ ਦਾ ਕੋਈ ਵੀ ਖਿਆਲ ਨਹੀਂ ਰੱਖਦੇ ਹਨ। ਚਰਨ ਅੰਗੂਠਾ ਨਿਸਮੁਖ ਰਾਖਤ ਨਹਿ ਸੋਗਤ ਕਬਹੂ ਚਿਤ ਜਾਹੇ। ਇੱਕ ਨਾ ਇਤਿਹਾਸ ਦੱਸਦਾ, ਕਈ ਇਤਿਹਾਸਕਾਰ ਦੱਸਦੇ ਨੇ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਨਾ ਪੈਰ ਦੇ ਅੰਗੂਠੇ ਦੇ ਵਿੱਚ ਨਾ ਅੰਗੂਠਾ ਪੱਕ ਗਿਆ ਤੇ ਸ਼੍ਰੀ ਗੁਰੂ ਅਮਰਦਾਸ ਜੀ ਸੇਵਕ ਸਨ। ਇਹ ਕੀ ਕਰਦੇ ਹੁੰਦੇ ਸਨ, ਉਹ ਅੰਗੂਠੇ ਨੂੰ ਆਪਣੇ ਮੂੰਹ 'ਚ ਪਾ ਲੈਣਾ, ਕਿਉਂਕਿ ਵੈਸੇ ਉਹ ਚੀਸਾ ਮਾਰਦਾ ਹੁੰਦਾ ਸੀ। ਉਹ ਪਾ ਲੈਣਾ, ਉਹਨੂੰ ਗਰਮ ਕਰਨਾ। ਕਿਉਂ? ਜਦੋਂ ਚੀਸ ਵੱਜਦੀ ਹੈ, ਜੇ ਕਿਤੇ ਉਹਨੂੰ ਗਰਮੀ ਦਿੱਤੀ ਜਾਏ ਨਹੀਂ ਵੱਜਦੀ। ਉਹ ਗੁਰੂ ਦੇ ਅੰਗੂਠੇ ਨੂੰ ਹਮੇਸ਼ਾ ਆਪਣੇ ਮੂੰਹ ਦੇ ਵਿੱਚ ਪਾ ਲੈਂਦੇ ਸੀ। ਉਹਦੇ ਵਿੱਚੋਂ ਰਾਧ ਵੀ ਵਗਦੀ ਹੁੰਦੀ ਸੀ, ਪਾਣੀ ਵੀ ਪੈਣਾ, ਪਰ ਉਹ ਬਾਹਰ ਸੁੱਕ ਦੇਣਾ। ਪਰ ਐਸੀ ਸੇਵਾ, ਐਸੀ ਕਰੜੀ ਘਾਲਣਾ ਉਹ ਕਰ ਰਹੇ ਸਨ। ਜਾਮ ਜਾਮਨੀ ਤੇ ਜਨ ਆਨਹਿ ਗੁਰੂ ਸ਼ਨਾਨਹਿ ਪ੍ਰੇਮ ਉਮਾਹੇ। ਜਦੋਂ ਕਿਤੇ ਪੈਰ ਰਾਤ ਰਹਿ ਜਾਣੀ, ਆਪਣੇ ਸਿਰ ਤੇ ਘੜਾ ਚੱਕਣਾ, ਚੱਲ ਪੈਣਾ ਬਿਆਸਾ ਦਰਿਆ ਨੂੰ, ਤੇ ਦਰਿਆ ਤੋਂ ਲਿਆ ਕੇ ਜਲ ਆਪਣੇ ਗੁਰੂ ਨੂੰ ਇਸ਼ਨਾਨ ਕਰਾਉਂਦੇ ਹਨ। ਸੀਤ ਉਸਨ ਬਰਖਾ ਬੜ ਹੋਵਤ ਸਿਵੈ ਇੱਕ ਸਭ ਜਾਂਦੇ ਨਾਹੇ। ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ, ਵਰਖਾ ਹੋਏ, ਗਰਮੀ ਪਏ, ਠੰਡ ਹੋਏ, ਇੱਕ ਸਮ ਸੇਵਾ। ਇਹ ਨਹੀਂ ਅੱਜ ਮੀਂਹ ਪੈ ਰਿਹਾ ਅੱਜ ਨਹੀਂ ਜਾਣਾ, ਮੀਂਹ 'ਚ ਵੀ ਜਾ ਰਹੇ ਨੇ, ਠੰਡ ਵਿੱਚ ਵੀ ਜਾ ਰਹੇ ਨੇ, ਕਿਉਂਕਿ ਇਹ ਜਿਹੜੀ ਘਾਲਣਾ ਸ਼੍ਰੀ ਅਮਰਦਾਸ ਜੀ ਘਾਲ ਰਹੇ ਨੇ ਨਾ, ਇਹ ਸਾਡੇ ਵਾਸਤੇ ਪ੍ਰੇਰਣਾ ਸਰੋਤ ਹੈ। ਸਾਨੂੰ ਇਹ ਤੋਂ ਸਿੱਖਿਆ ਮਿਲਦੀ ਹੈ। ਗੁਰੂ ਤੋਂ ਜੇ ਕੁਝ ਪ੍ਰਾਪਤ ਕਰਨਾ ਹੈ ਕਿਵੇਂ ਹੁੰਦਾ ਹੈ, ਜੇ ਗੁਰੂ ਦੇ ਦਰ ਤੋਂ ਕੁਝ ਲੈਣਾ ਹੈ, ਜੇ ਪਰਮਾਤਮਾ ਦੇ ਦਰ ਤੋਂ ਕੁਝ ਲੈਣਾ ਹੈ, ਉਹ ਲਿਆ ਕਿਵੇਂ ਜਾਏ। ਇਹ ਘਾਲਣਾ ਹੈ, ਇੱਡੀ ਵੱਡੀ ਘਾਲਣਾ ਜੇ ਕੋਈ ਸਿੱਖ ਘਾਲੇ, ਇੱਡੀ ਵੱਡੀ ਘਾਲਣਾ ਦੇ ਵਿੱਚ ਪੈ ਜਾਏ, ਗੁਰੂ ਕਿਉਂ ਨਾ ਕਾਰਜ। ਮੈਂ ਕੱਲ ਵੀ ਆਪ ਸਾਹਮਣੇ ਬੇਨਤੀ ਕੀਤੀ ਸੀ, ਸਤਿਗੁਰ ਕੀ ਸੇਵਾ ਸਫਲ ਹੈ। ਬਾਣੀ ਕਹਿੰਦੀ ਹੈ, ਸਫਲ ਹੈ, ਹੁੰਦੀ ਹੈ ਸੇਵਾ ਸਫਲ, ਪਰ ਉਹਦੇ ਅੱਗੇ ਇੱਕ ਕੰਡੀਸ਼ਨ ਹੈ, ਉਹਦੇ ਅੱਗੇ ਇੱਕ ਸ਼ਰਤ ਰੱਖੀ ਹੈ ਗੁਰੂ ਨੇ। ਉਹ ਸ਼ਰਤ ਕੀ ਹੈ? ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਕਰੇ। ਜਿਵੇਂ ਸ਼੍ਰੀ ਅਮਰਦਾਸ ਜੀ ਕਰ ਰਹੇ ਨੇ ਨਾ, ਚਿੱਤ ਲਾ ਕੇ, ਨਾ ਸਿਆਲ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਹੀ ਨਹੀਂ ਇਸ ਚੀਜ਼ ਦੀ, ਚਿੱਤ ਲੱਗਿਆ ਸੇਵਾ ਵਿੱਚ। ਐਸੀ ਅਗਰ ਮਨੁੱਖ ਦੇ ਮਨ ਦੇ ਵਿੱਚ ਐਸੀ ਚਾਹਨਾ ਬਣ ਜਾਏ ਤੇ ਗੁਰੂ ਦੇ ਦਰ ਤੋਂ ਮਨੁੱਖ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ।
ਤਪ ਵਿਸਾਰ ਕਰ ਘਾਲ ਸੋ ਘਲ ਹੈ ਤਨ ਜਨਮ ਕਰ ਨੀਂਦ ਉਪਾਹੇ। ਕਹਿੰਦੇ ਏਡਾ ਵੱਡਾ ਮਹਾਨ ਇਹ ਤਪ ਉਹਨਾਂ ਨੇ ਕੀਤਾ ਸੇਵਾ ਦਾ, ਆਪਣਾ ਸਾਰਾ ਜੀਵਨ ਹੀ ਸਫਲ ਕਰ ਲਿਆ ਹੈ। ਤਦਪ ਰੁਖ ਲੈ ਗੁਰ ਕਛ ਕਰ ਹੈ ਉਦਾਸੀਨ ਸੀ ਪ੍ਰੀਤੀ ਰਖਾਹੇ। ਇਤਿਹਾਸਕਾਰ ਦੱਸਦਾ ਹੈ, ਵੇਖੋ ਕਿੰਨੀ ਸੇਵਾ ਹੈ। ਗਰਮੀ ਵਿੱਚ ਸਰਦੀ ਵਿੱਚ ਗੁਰੂ ਨੂੰ ਲਿਆ ਕੇ ਇਸ਼ਨਾਨ ਕਰਾਉਣਾ, ਪਰ ਇਤਿਹਾਸਕਾਰ ਦੱਸਦਾ ਹੈ ਗੁਰੂ ਨੇ ਕਦੀ ਵੀ ਉਹਨਾਂ ਵੱਲ ਮੂੰਹ ਕਰਕੇ ਨਹੀਂ ਵੇਖਿਆ, ਵੇਖਿਆ ਹੀ ਨਹੀਂ ਗੁਰੂ ਨੇ। ਯਾਦ ਰੱਖਣਾ, ਕਈ ਵਾਰੀ ਗੁਰੂ ਕੁਛ ਬੋਲ ਕੇ ਦੱਸਦਾ ਹੈ, ਕਈ ਵਾਰੀ ਚੁੱਪ 'ਚ ਹੀ ਦੱਸਦਾ ਹੈ। ਕਈ ਵਾਰੀ ਗੁਰੂ ਦੀ ਚੁੱਪ ਵਿੱਚ ਹੀ ਬੜਾ ਭਲਾ ਹੈ, ਕਈ ਵਾਰੀ ਗੁਰੂ ਬੋਲ ਕੇ ਦੱਸਦਾ ਹੈ। ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਛ ਅਸੀਂ ਮੰਗ ਰਹੇ ਹਾਂ ਹੋ ਜਾਏ ਤੇ ਠੀਕ ਹੈ, ਕਈ ਵਾਰੀ ਗੁਰੂ ਨਹੀਂ ਕਰ ਰਿਹਾ, ਗੁਰੂ ਨਹੀਂ ਕਰ ਰਿਹਾ, ਉਹਦੇ ਵਿੱਚ ਹੀ ਭਲਾ ਹੈ, ਉਹਦੀ ਚੁੱਪੀ 'ਚ। ਕਿੰਨੀ ਸੇਵਾ, ਇੰਨੀ ਸੇਵਾ ਕੌਣ ਕਰ ਲੇਗਾ ਅੱਜ ਦੇ ਸਮੇਂ 'ਚ। 70 ਸਾਲ ਦੀ ਉਮਰ ਦੇ ਵਿੱਚ ਇੰਨੀ ਸੇਵਾ ਕਰਨੀ, ਪਰ ਗੁਰੂ ਨੇ ਇੱਕ ਵਾਰੀ ਵੀ ਮੁੱਖ ਕਰਕੇ ਨਹੀਂ ਵੇਖਿਆ ਉਹਨਾਂ ਵੱਲ। ਗੁਰੂ ਜੀ ਧਿਆਨ ਹੀ ਨਹੀਂ ਦਿੰਦੇ, ਉਹ ਆਪਣੀ ਸੇਵਾ 'ਚ ਮਗਨ ਨੇ। ਗੁਰੂ ਨੇ ਕਦੀ ਧਿਆਨ ਕਰਕੇ ਬੁਲਾਇਆ ਹੀ ਨਹੀਂ ਕੋਲ, ਸੱਜਣਾ ਕਿਤੇ ਤੂੰ ਵੀ ਸੇਵਾ ਕਰ ਰਿਹਾ ਮੇਰੇ ਕੋਲ ਆ। ਨਹੀਂ ਕਿਤੇ ਇੰਨੀ ਸੇਵਾ ਕੋਈ ਕਰਦਾ ਹੋਏ ਨਾ ਤੇ ਉਹਨੂੰ ਕੋਈ ਬੁਲਾਏ ਨਾ, ਜਿਹੜੇ ਡੇਰੇ 'ਚੋਂ ਰਹਿੰਦਾ ਹੋਏ, ਨਾਰਾਜ਼ ਹੋ ਕੇ ਘਰ ਚਲਾ ਜਾਏਗਾ। ਮੈਂ ਇੰਨੀ ਸੇਵਾ ਕਰਦਾ, ਜਿਹੜੇ ਸੇਵਾ ਹੀ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਵਿਆਹ ਕੇ ਚਾਹ ਪਿਆਉਂਦੇ ਜੇ, ਪਾਣੀ ਪਿਆਉਂਦੇ, ਰੋਟੀ। ਇਸ ਚੀਜ਼ ਦੀ ਵੀ ਲੜਾਈ ਹੋ ਜਾਂਦੀ ਹੈ ਸੇਵਾਦਾਰ ਦੀ, ਪਰ ਇਹ ਸੇਵਾਦਾਰੀ ਨਹੀਂ ਹੈ। ਇਸ ਚੀਜ਼ ਦੀ ਵੀ ਲੜਾਈ ਹੈ, ਉਹਨੂੰ ਪਾਣੀ ਪਿਆ ਦਿੱਤਾ, ਉਹਨੂੰ ਇਹ ਖਵਾ ਦਿੱਤਾ। ਮੈਂ ਇੰਨੀ ਸੇਵਾ ਕਰਦਾ, ਮੈਂ ਇੰਨੀ ਸੇਵਾ ਕੀਤੀ, ਮੈਨੂੰ ਕੁਛ ਵੀ ਨਹੀਂ। ਅਸੀਂ ਗੁਰਦੁਆਰੇ ਇੰਨਾ ਕੁਛ ਦਿੱਤਾ ਹੈ, ਮੰਦਿਰ 'ਚ ਇੰਨਾ ਕੁਛ ਦਿੱਤਾ ਹੈ। ਲੋ ਅਸੀਂ ਮੰਦਿਰ 'ਚ ਇੰਨਾ ਕੁਛ ਦਿੱਤਾ, ਮੰਦਿਰ 'ਚ ਗਏ ਉਹਨਾਂ ਪਾਣੀ ਵੀ ਨਾ ਪੁੱਛਿਆ, ਤੂੰ ਦੇ ਦਿੱਤਾ ਕਾਹਦੇ ਵਾਸਤੇ ਆ? ਫਿਰ ਦਿੱਤਾ ਕਿੱਥੇ ਆ? ਮਨ 'ਚ ਰੱਖਿਆ ਸਾਰਾ ਕੁਛ। ਜੇ ਦਿੱਤਾ ਹੁੰਦਾ ਫਿਰ ਤੇ ਯਾਦ ਹੀ ਨਾ ਰਹਿੰਦਾ। ਇਸ ਕਰਕੇ ਗੁਰੂ ਦੇ ਦਰ ਤੇ ਵੀ ਆਇਓ, ਗੁਰੂ ਦੇ ਦਰ ਤੇ ਆ ਕੇ ਵੀ ਬਹੁਤ ਕੁਝ, ਜੇ ਕੁਝ ਦੇ ਵੀ ਗਿਆ, ਭੇਟਾ ਕਰ ਵੀ ਗਿਆ, ਉਹ ਮਨ 'ਚ ਹੀ ਰੱਖਿਆ ਵੀ ਅਸੀਂ ਇੰਨਾ ਕੁਛ ਇੱਥੇ ਦੇ ਕੇ ਗਏ, 5 ਲੱਖ ਰੁਪਏ ਦਾਨ ਦੇ ਕੇ ਗਏ। ਲੋ ਅਸੀਂ ਉੱਥੇ ਗਏ ਹਾਂ, ਕਿਸੇ ਨੇ ਚਾਹ ਵੀ ਨਹੀਂ ਪੁੱਛੀ। ਫਿਰ ਸੱਜਣਾ ਤੇਰੇ 5 ਤੇ ਗਏ, ਗੁਰੂ ਦੇ ਦਰ ਤੇ ਕੌਣ ਹੈ ਤੂੰ ਦੇਣ ਵਾਲਾ? ਜੇ ਮਨੁੱਖ ਦੇ ਮਨ ਵਿੱਚ ਇਹ ਚਾਹਨਾ ਹੈ ਨਾ ਮੈਂ ਸੇਵਾ ਕਰਾਂ ਤੇ ਸੇਵਾ ਕਰਕੇ ਮੈਨੂੰ ਮਾਣ ਵੀ ਮਿਲੇ, ਲੋਕੀ ਮੇਰੀ ਵਾਹ ਵਾਹ ਕਰਨ, ਉਹ ਜਿਹੜੀ ਸੇਵਾ ਉੱਥੇ ਮਾਣ ਵਿੱਚ ਹੀ ਚਲੀ ਜਾਂਦੀ ਹੈ, ਵਾਹ ਵਾਹ 'ਚ ਹੀ ਚਲੀ ਜਾਂਦੀ ਹੈ, ਨਿਕਲ ਜਾਂਦੀ ਹੈ ਸੇਵਾ ਬਾਹਰ। ਪਰ ਬਾਣੀ ਤਾਂ ਹੀ ਤੇ ਕਹਿੰਦੀ ਹੈ ਮਤ ਥੋੜ੍ਹੀ ਸੇਵ ਗਵਾਈ ਹੈ। ਕਈ ਵਾਰੀ ਮਨੁੱਖ ਸੇਵਾ ਵੀ ਕਰ ਲੈਂਦਾ ਹੈ, ਪਰ ਆ ਥੋੜ੍ਹੀ ਮਤ ਹੋਣ ਕਰਕੇ ਸੇਵਾ ਗਵਾ ਵੀ ਲੈਂਦਾ ਹੈ। ਕਰ ਵੀ ਬੜੀ ਲਈ, ਗਵਾ ਵੀ ਸਾਰੀ ਲਈ। ਜਿਵੇਂ ਮਨੁੱਖ ਪੈਸਾ ਵੀ ਬੜਾ ਕਮਾ ਲੇ, ਪਰ ਮਤ ਥੋੜ੍ਹੀ ਹੋਏ ਗਵਾ ਵੀ ਲਏ, ਐਸਾ। ਇਸ ਕਰਕੇ ਸੇਵਾ ਜਦੋਂ ਮਨੁੱਖ ਕਰੇ, ਗੁਰੂ ਦੇ ਦਰ ਤੇ ਸੇਵਾ ਕਰੇ, ਇਹ ਮਾਣ ਦੀ ਘੜੀ ਨੂੰ ਬਾਹਰ ਕਰ ਦੇਵੇ। ਸੇਵਾ ਕਰ ਰਹੇ ਨੇ, ਗੁਰੂ ਨੇ ਅੱਜ ਤਾਈਂ ਕਦੇ ਵੀ ਮੁੱਖ ਦੇ ਨਾਲ ਬੁਲਾ ਕੇ ਉਹਨਾਂ ਨੂੰ ਕੋਈ ਵਚਨ ਨਹੀਂ ਕਹੇ ਹਨ। ਨਿਕਟ ਬਿਠਾਏ ਨਾ ਬੋਲੇ ਬੁਝੇ ਅਗੰਮ ਗੁਰੂ ਗਤ ਲਖੀ ਨਾ ਜਾਹੇ। ਕਹਿੰਦੇ ਨਿਕਟ ਬੁਲਾਏ, ਨਿਕਟ ਬੁਲਾ ਕੇ ਕਦੀ ਪੁੱਛਦੇ ਨਹੀਂ, ਪਰ ਕਹਿੰਦੇ ਨੇ ਗੁਰੂ ਅਗੰਮ ਹੈ, ਪਤਾ ਨਹੀਂ ਗੁਰੂ ਨੇ ਕੀ ਦੇਣਾ ਇਹਨੂੰ, ਤਾਂ ਹੀ ਤੇ ਨਹੀਂ ਬੁਲਾ ਰਿਹਾ। ਜਿਵੇਂ ਭਾਈ ਮੰਝ ਜੀ ਜਦੋਂ ਸੇਵਾ ਕਰ ਰਹੇ ਸਨ ਨਾ, ਮੈਨੂੰ ਯਾਦ ਹੁੰਦਾ ਉਹ ਗੁਰੂ ਦੇ ਸਿੱਖ ਦੀ ਕਿੱਡੀ ਵੱਡੀ ਮਹਾਨਤਾ ਹੋਏਗੀ। ਜੰਗਲ ਦੇ ਵਿੱਚੋਂ ਲੱਕੜਾਂ ਲਿਆਉਣੀਆਂ ਤੇ ਲਿਆ ਕੇ ਲੰਗਰ ਉੱਥੇ ਛਕ ਲੈਣਾ, ਲੰਗਰ ਦੇ ਵਿੱਚ ਹੀ। ਗੁਰੂ ਅਰਜਨ ਦੇਵ ਜੀ ਇੱਕ ਦਿਨ ਆਏ, ਉਸਦੇ ਭਾਈ ਇਹ ਸਿੱਖ ਲੰਗਰ ਕਿੱਥੋਂ ਛਕਦਾ ਹੈ? ਕਹਿੰਦੇ ਮਹਾਰਾਜ ਲੰਗਰ 'ਚੋਂ। ਉਹਨੂੰ ਕਹਿ ਦੇਣਾ, ਐਵੇਂ ਕਿਹਾ, ਉਹਨੂੰ ਕਹਿ ਦੇਣਾ ਜੇ ਤੂੰ ਪ੍ਰਸ਼ਾਦਾ ਲੰਗਰ 'ਚੋਂ ਹੀ ਛਕਣਾ ਹੈ ਤੇਰੀ ਸੇਵਾ ਤੇ ਗਈ। ਅੱਜ ਤੋਂ ਬਾਅਦ ਲੰਗਰ 'ਚੋਂ ਪ੍ਰਸ਼ਾਦਾ ਨਾ ਛਕੀ। ਕਹਿੰਦੇ 7 ਵਚਨ ਨਹੀਂ। ਮਨੁੱਖ ਆਮ ਕਹੇ ਕਿੱਥੋਂ ਖਾਵਾਂ, ਫਿਰ ਸੇਵਾ ਤਾਂ ਇੱਥੇ ਕਰਦਾ, ਖਾਵਾਂ ਕਿੱਥੋਂ? ਕਹਿੰਦੇ ਛਕਣਾ ਨਹੀਂ, ਕਹਿੰਦੇ 7 ਵਚਨ ਜੀ। ਫਿਰ ਜੂਠੇ ਭਾਂਡੇ ਸੀ ਉਹਨਾਂ ਵਿੱਚੋਂ ਖਾ ਲੈਂਦੇ ਸੀ। ਫਿਰ ਦੁਬਾਰਾ ਗੁਰੂ ਜੀ ਆਏ, ਕਿੱਥੋਂ ਛਕਦਾ ਹੈ ਹੁਣ ਲੰਗਰ? ਕਹਿੰਦੇ ਮਹਾਰਾਜ ਜਿਹੜਾ ਬਾਹਰ ਬਚਿਆ ਹੁੰਦਾ ਉਹ ਛਕ ਲੈਂਦੇ ਨੇ। ਕਹਿੰਦੇ ਉਹਨੂੰ ਕਹਿਓ ਉਹ ਪਸ਼ੂਆਂ ਨੇ ਖਾਣਾ ਹੈ, ਜੇ ਤੂੰ ਉਹ ਖਾ ਲਿਆ ਤੇਰੀ ਸੇਵਾ ਫਿਰ ਵੀ ਗਈ। ਮਨ ਵਿੱਚ ਫਿਰ ਆਇਆ, ਫਿਰ ਨਹੀਂ ਕਿਹਾ ਕਿੱਥੋਂ ਖਾਵਾਂ, ਦੱਸੋ ਲੱਕੜਾਂ ਤੁਹਾਡੀਆਂ ਲਿਆਵਾਂ,
ਚੁੱਲ੍ਹੇ ਤੁਹਾਡੇ ਬਾਲਾਂ, ਕਿੱਥੋਂ ਖਾਵਾਂ? ਇਹ ਨਹੀਂ। ਕਿਉਂ? ਮਨ ਵਿੱਚ ਇਹ ਹੈ ਸੇਵਾ ਮੈਂ ਨਹੀਂ ਕਰ ਰਿਹਾ, ਗੁਰੂ ਕਰਵਾ ਰਿਹਾ। ਇਹ ਨਹੀਂ ਹੈ ਮਨ ਵਿੱਚ ਮੈਂ ਕਰ ਰਿਹਾ। ਜੇ ਹੁੰਦਾ ਨਾ ਮੈਂ ਵਾਲਾ, ਉਹ ਕਹਿੰਦਾ ਆ ਪਿਆ ਤੁਹਾਡੀਆਂ ਲੱਕੜਾਂ, ਤੁਹਾਡੇ ਵਾਸਤੇ ਬਾਲਣ ਲਿਆਵਾਂ, ਤੁਹਾਡੇ ਵਾਸਤੇ ਗਜਾ ਕਰਕੇ ਲਿਆਵਾਂ, ਇੱਥੋਂ ਤੁਸੀਂ ਮੈਨੂੰ 2 ਪ੍ਰਸ਼ਾਦੇ ਵੀ ਨਾ ਦਿਓ। ਆ ਸਾਰੀ ਉਮਰ ਹੋ ਗਈ ਹੈ ਮੈਨੂੰ ਗਰਾਈ ਕਰਦੇ ਨੂੰ, ਕਈ ਵਾਰੀ ਵੇਖ ਲੈਂਦਾ ਆਪਾਂ ਆਮ ਸੁਣਦੇ ਰਹਿੰਦੇ ਆ ਸਾਰੀ ਉਮਰ ਹੋ ਗਈ ਹੈ ਮੈਨੂੰ ਪ੍ਰਸ਼ਾਦੇ ਢੋਂਦੇ ਨੂੰ, ਤੁਸੀਂ ਮੈਨੂੰ ਇੱਕ ਸਬਜ਼ੀ ਦੀ ਬਾਟੀ ਨਹੀਂ ਦਿੰਦੇ। ਐਸੇ ਐਸੇ ਉਲਾਮੇ। ਕਹਿੰਦੇ ਉਸ ਤੋਂ ਬਾਅਦ ਕਹਿੰਦੇ ਠੀਕ ਹੈ 7 ਬਚਨ ਜੀ, ਇਹ ਵੀ ਨਹੀਂ ਖਾਵਾਂਗਾ। 2 ਪੰਡਾ ਲਿਆਉਣੀਆਂ, ਇੱਕ ਗੁਰੂ ਦੇ ਲੰਗਰ 'ਚ, ਇੱਕ ਵੇਚ ਕੇ ਉਹਦਾ ਲੰਗਰ ਛਕਣਾ, ਜਿੰਨੇ ਵੀ ਪੈਸੇ ਮਿਲ ਜਾਣੇ। ਚਲੋ ਉਹ ਛਕ ਲੈਣਾ ਲੰਗਰ, ਉਹਦੇ ਨਾਲ ਸਰੀਰ ਨਿਰਬਲ ਹੋ ਗਿਆ। ਉਸ ਤੋਂ ਬਾਅਦ ਇੱਕ ਦਿਨ ਅੰਧੇਰੀ ਆਈ, ਮੈਂ ਸ਼ੋਰਟ ਦੇ ਵਿੱਚ ਦੱਸ ਰਿਹਾ। ਹਨੇਰੀ ਦੇ ਵਿੱਚ ਇੰਨੀ ਬੇਅਬਾਨ ਹਨੇਰੀ ਸੀ, ਹਨੇਰੀ ਇੰਨੀ ਤੇਜ਼ ਚੱਲ ਰਹੀ ਸੀ, ਜਾ ਕੇ ਖੂਹ ਵਿੱਚ ਡਿੱਗ ਪਏ, ਅੰਨੇ ਖੂਹ 'ਚ। ਲੱਕੜਾਂ ਫਿਰ ਵੀ ਸਿਰ 'ਤੇ ਨੇ, ਥੱਲੇ ਨਹੀਂ ਪਾਣੀ 'ਚ। ਕਹਿੰਦੇ ਉਧਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਕਿਉਂਕਿ ਗੁਰੂ ਦੀ ਚੁੱਪੀ ਬਹੁਤ ਕੁਝ ਕਹਿੰਦੀ ਹੈ। ਸ਼ਾਇਦ ਗੁਰੂ ਚੁੱਪ ਹੈ, ਗੁਰੂ ਕੁਝ ਦੇਣਾ ਚਾਹੁੰਦਾ ਹੈ ਬਸ। ਜੇ ਗੁਰੂ ਚੁੱਪ ਹੈ, ਜੇ ਗੁਰੂ ਕਿਸੇ ਆਸਾ ਮੁਰਾਦ ਨੂੰ ਪੂਰੀ ਨਹੀਂ ਕਰ ਰਿਹਾ, ਗੁਰੂ ਕਿਸੇ ਤਿਆਰੀ 'ਚ ਹੈ, ਬਸ ਇਹ ਸਮਝੋ। ਜੇ ਬਾਰ-ਬਾਰ ਬੰਦਗੀ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਨਾਮ ਜਪ ਰਹੇ ਹਾਂ, ਕੁਛ ਨਹੀਂ ਬਣ ਰਿਹਾ, ਫਿਰ ਇਹ ਸਮਝ ਲਓ ਗੁਰੂ ਕਿਸੇ ਤਿਆਰੀ 'ਚ ਹੈ, ਕੁਛ ਜ਼ਿਆਦਾ ਕੁਛ ਦੇਣਾ ਚਾਹੁੰਦਾ ਹੈ। ਡਿੱਗਿਆ, ਗੁਰੂ ਸਾਹਿਬ ਨੰਗੇ ਪੈਰੀ ਭੱਜੇ। ਕਿੱਥੇ ਭੱਜਦਾ ਗੁਰੂ ਨੰਗੇ ਪੈਰੀ? ਕਿਹਦੇ ਵਾਸਤੇ? ਗੁਰੂ ਤੇ ਚੱਪਲਾਂ ਪਾ ਕੇ ਨਹੀਂ ਕਿਸੇ ਘਰ ਆਉਂਦਾ, ਗੁਰੂ ਤੇ ਗੱਡੀ ਤੇ ਨਹੀਂ ਆਉਂਦਾ ਕਿਸੇ ਦੇ ਘਰ, ਤੇ ਨੰਗੇ ਪੈਰੀ ਭਾਈ ਮੰਝ ਵਾਸਤੇ ਰੱਸਾ ਦਿੱਤਾ। ਕਹਿੰਦੇ ਆ ਭਾਈ ਮੰਝ ਲੱਕੜਾਂ ਸੁੱਟ ਦੇ। ਨਹੀਂ ਮਹਾਰਾਜ, ਲੱਕੜਾਂ ਨਹੀਂ ਸੁੱਟਣੀਆਂ, ਲੱਕੜਾਂ ਪਹਿਲਾਂ ਕੱਢੋ, ਮੈਂ ਬਾਅਦ 'ਚ ਆ ਜਾਵਾਂਗਾ। ਲੱਕੜਾਂ ਬਾਹਰ ਆਈਆਂ, ਆ ਕੇ ਪਤਾ ਕੀ ਕਹਿੰਦੇ ਨੇ? ਫਿਰ ਵੇਖੋ, ਕਦੀ ਸੁਰਤ ਨੂੰ ਖੜ ਕੇ ਵੇਖਿਓ ਕਿਹੋ ਜਿਹਾ ਉਹ ਸਿੱਖ ਦਾ ਅੰਦਰ ਦਾ ਭਾਵ ਬਣ ਗਿਆ ਹੋਏਗਾ। ਫਿਰ ਹੱਥ ਜੋੜ ਕੇ ਕਹਿੰਦੇ ਨੇ, ਕਹਿੰਦੇ ਸਾਹਿਬ ਜੀ ਮੈਨੂੰ ਸਿੱਖੀ ਬਖਸ਼ ਦਿਓ, ਮੈਨੂੰ ਸੇਵਾ ਬਖਸ਼ ਦਿਓ। ਕਹਿੰਦੇ ਭਾਈ ਮੰਝ, ਸਿੱਖੀ ਬਖਸ਼ਣੀ ਕੀ ਹੈ? ਸਿੱਖੀ ਤੇ ਤੂੰ ਕਮਾ ਲਈ ਹੈ। ਸਿੱਖੀ ਕੋਈ ਦੇਣ ਵਾਲੀ ਗੱਲ ਨਹੀਂ ਹੈ, ਸਿੱਖੀ ਕਮਾਉਣ ਵਾਲੀ ਗੱਲ ਹੈ। ਇਹ ਤੇ ਕਮਾਈ ਜਾਂਦੀ ਹੈ, ਤੂੰ ਕਮਾ ਲਈ ਹੈ ਭਾਈ ਸਿੱਖੀ। ਇਸ ਕਰਕੇ ਕਹਿੰਦੇ ਗੁਰੂ ਜੀ ਚੁੱਪ ਨੇ, ਕਦੀ ਕੋਲ ਵੀ ਨਹੀਂ ਪਾਇਆ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ। ਪਰ ਸ਼੍ਰੀ ਅਮਰਦਾਸ ਜੀ ਨੇ ਕਦੀ ਮਨ ਦੇ ਵਿੱਚ ਇਹ ਨਹੀਂ ਕੀਤਾ ਮੈਂ ਗੁਰੂ ਨੂੰ ਇਸ਼ਨਾਨ ਕਰਾਉਣਾ, ਮੈਂ ਗੁਰੂ ਦੇ ਕੱਪੜੇ ਧੋਣਾ, ਗੁਰੂ ਦੀ ਸੇਜ ਵਿਛਾਉਣਾ। ਨਹੀਂ, ਐਸੀ ਗੱਲ ਕਦੇ ਵੀ ਮਨ ਵਿੱਚ ਨਹੀਂ ਆਈ ਹੈ। ਸਿੱਖ ਇਮ ਭਗਤ ਪਰ ਜੇ ਦਰ ਹੈ, ਬਹੁ ਵਿਦ ਕੇ ਖਾਂਦੇ ਉਪਹਾਸ। ਪਰ ਕਈ ਜਿਹੜੇ ਹੋਰ ਨੇ ਨਾ ਮੂੜ ਮਰਤੀਏ, ਜਿਨ੍ਹਾਂ ਦੀ ਮੱਤ ਘੱਟ ਹੈ, ਉਹ ਬੜਾ ਮਜ਼ਾਕ ਉਡਾਉਂਦੇ ਨੇ ਸ਼੍ਰੀ ਅਮਰਦਾਸ ਜੀ ਦਾ। ਕਿਹੜੇ ਕਿਹੜੇ ਤਰੀਕੇ ਨਾਲ ਮਜ਼ਾਕ ਉਡਾਉਂਦੇ ਨੇ ਅੱਗੇ ਦੱਸਦੇ ਹਨ। ਕਰਤੇ ਮਨੋ ਨਿਕਾਸਿਓ ਕਿਸ ਦੇ, ਦਰਬ ਨਹੀਂ ਕੁਛ ਇਸ ਕੇ ਪਾਸ। ਕਹਿੰਦੇ ਐਵੇਂ ਲੱਗਦਾ ਇਹਨੂੰ ਬੁੱਢੇ ਨੂੰ ਨਾ, ਬਜ਼ੁਰਗ ਨੂੰ ਕਿਸੇ ਨੇ ਘਰੋਂ ਕੱਢ ਦਿੱਤਾ ਹੈ, ਤਾਂ ਹੀ ਤੇ ਆ ਕੇ ਗੁਰੂ ਦੇ ਦਰ ਤੇ ਬੈਠਾ ਰੋਟੀਆਂ ਖਾਣ ਵਾਸਤੇ। ਕਹਿੰਦੇ ਇਹਨੂੰ ਕਿਸੇ ਨੇ ਘਰੋਂ ਕੱਢ ਦਿੱਤਾ ਹੈ, ਇਹਦੇ ਕੋਲ ਪੈਸਾ ਕੋਈ ਨਹੀਂ, ਰੋਟੀ ਦਾ ਕੋਈ ਵਸੀਲਾ ਨਹੀਂ ਹੈ, ਤਾਂ ਕਰਕੇ ਗੁਰੂ ਦੇ ਦਰ ਤੇ ਆ ਗਿਆ ਹੈ। ਗੁਰ ਨਿਰਾਸਰੇ ਕੋ ਸੋ ਆਸਰਾ, ਇਮਲਖ ਆਇਓ ਇਨਹੁ ਆਵਾਸ। ਇਹਨੇ ਸੋਚਿਆ ਗੁਰੂ ਨਿਰਾਸਰਿਆਂ, ਜਿਹੜੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਉਹਨਾਂ ਦਾ ਆਸਰਾ ਗੁਰੂ ਹੁੰਦਾ ਹੈ। ਇਸ ਕਰਕੇ ਸਾਰਾ ਕੁਝ ਛੱਡ ਕੇ ਇੱਥੇ ਆ ਗਿਆ। ਇਹ ਗੁਰੂ ਤੋਂ ਆਸਰਾ, ਰੋਟੀ ਪਾਣੀ ਦਾ ਆਸਰਾ ਤੱਕ ਕੇ ਗੁਰਦੁਆਰੇ ਆ ਗਿਆ ਹੈ। ਟੁਕਰੇ ਖਾਨ ਰਹਿਓ ਪਰ ਕਹਿ ਰਹੇ, ਸਭ ਨੇ ਤਿਆਗਿਓ ਭਇਓ ਨਿਰਾਸ। ਕਹਿੰਦੇ ਟੁੱਕਰ ਖਾਣ ਵਾਸਤੇ ਆਇਆ ਹੈ, ਹੋਰ ਕਾਹਦੇ ਵਾਸਤੇ? ਸਾਰੇ ਘਰਦਿਆਂ ਨੇ ਛੱਡ ਦਿੱਤਾ ਹੈ, ਘਰਦਿਆਂ ਨੇ ਬਜ਼ੁਰਗ ਹੋ ਗਿਆ, ਕਿਹਾ ਚੱਲ ਇੱਥੋਂ, ਤਾਂ ਕਰਕੇ ਆ ਕੇ ਗੁਰੂ ਦੇ ਦਰ ਤੇ ਬੈਠ ਗਿਆ ਹੈ। ਫਿਰਹੇ ਦੀ ਥਾਵਾ ਥਾਵ ਨਾ ਪਾਵੇ, ਇਹ ਨਿਮਾਨਾ ਮਾਨ ਨਾ ਕਾਏ। ਕਹਿੰਦੇ ਨਥਾਵਾਂ ਫਿਰਦਾ ਹੈ, ਥਾਂ ਹੀ ਕੋਈ ਨਹੀਂ ਇਹਨੂੰ, ਨਿਮਾਣਾ ਹੈ, ਮਾਣ ਹੀ ਕੋਈ ਨਹੀਂ। ਇਹਦੀ ਜ਼ਿੰਦਗੀ ਐਵੇਂ ਸਮਝੋ ਜਿਵੇਂ ਕੁਛ ਨਹੀਂ, ਇਸ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਰਹੱਸ ਨਹੀਂ ਹੈ। ਰੈਣ ਦਿਵਸ ਇਤ ਕੋ ਇਤ ਉਤ ਕੋ ਵਿਚਰਤ, ਸਭ ਕੇ ਆਗੇ ਸੇਵ ਕਮਾਏ। ਦਿਨ ਰਾਤ ਇੱਕ ਦੂਜੇ ਦੇ ਅੱਗੇ ਭੱਜਿਆ ਫਿਰਦਾ, ਕਦੀ ਉਹਦੀ ਸੇਵਾ ਕਰ ਲਈ, ਕਦੀ ਉਹਦੀ ਕਰ ਲਈ। ਕਹਿੰਦੇ ਇਸ ਕਰਕੇ ਦਿਨ ਰਾਤ ਇਹਨੂੰ ਚੈਨ ਨਹੀਂ, ਕਦੀ ਕਿਸੇ ਦੀਆਂ ਲੱਤਾਂ ਘੁੱਟਣ ਲੱਗ ਜਾਂਦਾ ਹੈ,
ਕਿਸੇ ਨੂੰ ਨਵਾਉਣ ਲੱਗ ਜਾਂਦਾ, ਕਿਸੇ ਦੇ ਕੱਪੜੇ ਧੋ ਦਿੰਦਾ ਹੈ। ਇਸ ਕਰਕੇ ਸਾਰਿਆਂ ਦੇ ਅੱਗੇ ਅੱਗੇ ਭੱਜਿਆ ਫਿਰਦਾ ਹੈ। ਇੱਕ ਆਹਾਰ ਕੋ ਅਚਵਨ ਕਰਹੀ ਅਵਰ ਵਸਤ ਕਿਛ ਹਾਥ ਨਾ ਆਏ। ਕਹਿੰਦੇ ਸਿਰਫ ਇੱਕ ਰੋਟੀ ਖਾਂਦਾ ਹੈ, ਹੋਰ ਤੇ ਕੋਈ ਵਸਤੂ ਇਹਦੇ ਹੱਥ ਲੱਗਦੀ ਨਹੀਂ, ਸਿਰਫ ਰੋਟੀ ਖਾਣ ਵਾਸਤੇ ਹੀ ਇੱਥੇ ਰਹਿੰਦਾ ਹੈ। ਸਭ ਕੋ ਕਹਿਓ ਕਰੇ ਗੁਰ ਡਰਪਤ ਨਹੀਂ ਨਿਕਾਸ ਦੇਹ ਇਸ ਥਾਏ। ਕਹਿੰਦੇ ਸਾਰਿਆਂ ਜਿਹੜਾ ਵੀ ਕੋਈ ਕਹਿੰਦਾ ਵੀ ਮੇਰਾ ਆਹ ਕੰਮ ਕਰ ਦੇ, ਉਹਦਾ ਹੀ ਕਰ ਦਿੰਦੇ ਨੇ। ਜਿਹੜਾ ਕੋਈ ਕਹਿੰਦਾ ਮੇਰੇ ਕੱਪੜੇ ਧੋ ਦੇ, ਸ਼੍ਰੀ ਅਮਰਦਾਸ ਜੀ ਦੇ ਕੱਪੜੇ ਧੋ ਦਿੰਦੇ ਨੇ। ਜਿਹੜਾ ਕੋਈ ਕਹਿੰਦਾ ਮੇਰੇ ਪੈਰ ਧਵਾ ਦੇ, ਪੈਰ ਧੋ, ਕਿਸੇ ਨੂੰ ਇਸ਼ਨਾਨ ਕਰਾ ਦਿੰਦੇ ਨੇ, ਕਿਸੇ ਨੂੰ ਪਾਣੀ ਪਿਆ ਦਿੰਦੇ ਨੇ। ਜੋ ਵੀ ਕਹਿੰਦੇ ਪਤਾ ਵੀ ਕਿਉਂ ਕਰ ਰਹੇ ਐਵੇਂ, ਇਹ ਸਾਰਾ ਕੰਮ ਐਵੇਂ ਕਿਉਂ ਕਰ ਰਹੇ? ਇਹ ਤਾਂ ਕਰ ਰਿਹਾ ਵੀ ਕਿਤੇ ਇੱਥੋਂ ਕੱਢ ਨਾ ਦੇਣ ਗੁਰਦੁਆਰਿਓ। ਇਹ ਨਹੀਂ ਸਮਝ ਰਹੇ ਵੀ ਉੱਥੇ ਨਿਮਰਤਾ ਬੜੀ ਹੈ। ਜਿਹੜੇ ਮੂਰਖ ਮਨੁੱਖ ਐਸੇ ਹੀ ਸਮਝਦੇ ਹੁੰਦੇ ਨੇ। ਕਹਿੰਦੇ ਸਾਰਿਆਂ ਦੇ ਅੱਗੇ ਅੱਗੇ ਤਾਂ ਤੁਰਿਆ ਫਿਰਦਾ ਹੈ, ਇਹਦਾ ਕੋਈ ਲਾਲਚ ਹੋਏਗਾ ਵਿੱਚ। ਇਹ ਲਾਲਚ ਕੀ ਹੈ? ਕਿਤੇ ਮੈਨੂੰ ਇੱਥੋਂ ਬਾਹਰ ਨਾ ਕੱਢ ਦੇਣ। ਇਮ ਨਿੰਦਕ ਉਪਹਾਸ ਜੁਗਤ ਬਹੁ ਨਿੰਦਹਿ ਬਿੰਦਹਿ ਨਹੀਂ ਕਵਾਰ। ਐਵੇਂ ਕਰਕੇ ਨਿੰਦਕ ਬੜੀ ਨਿੰਦਾ ਕਰਦੇ ਨੇ, ਪਰ ਮਨ ਵਿੱਚ ਇਹ ਸਮਝਦੇ ਨਹੀਂ, ਮਨ ਵਿੱਚ ਇਹ ਜਾਣ ਨਹੀਂ ਰਹੇ ਇਹ ਸੇਵਾ ਕਰ ਰਹੇ ਹੈ, ਇਹ ਰੋਟੀ ਖਾਣ ਵਾਸਤੇ ਨਹੀਂ ਹੈ। ਸ਼੍ਰੀ ਅਮਰਦਾਸ ਜੀ ਸੇਵਾ ਦੇ ਪੁੰਜ ਨੇ, ਐਸੀ ਗੱਲ ਨਿੰਦਕਾਂ ਦੇ ਪੱਲੇ ਨਹੀਂ ਪੈ ਰਹੀ। ਦੀਨ ਦੁਨੀ ਕਾ ਪਾਤਸ਼ਾਹ ਹੋਏ ਜਿਸਕੇ ਸੰਪੋ ਹੋਵੇ ਨਾ ਉਦਾਰ। ਇਹਨਾਂ ਨੂੰ ਇਹ ਨਹੀਂ ਪਤਾ ਇੱਕ ਦਿਨ ਇਹ ਦੀਨ ਦੁਨੀ ਦਾ ਬਾਦਸ਼ਾਹ ਬਣੇਗਾ, ਇਹਦੇ ਸਮਾਨ ਦੁਨੀਆ 'ਚ ਕੋਈ ਹੋਏਗਾ ਨਹੀਂ। ਇਹ ਨਹੀਂ ਪਤਾ, ਸਿਰਫ ਇੰਨਾ ਹੀ ਪਤਾ ਹੈ ਇਹਦਾ ਮਜ਼ਾਕ ਉਡਾਲੋ। ਅੱਜ ਵੀ ਵੇਖਿਆ ਜਾਂਦਾ ਹੈ ਗੁਰਦੁਆਰੇ ਕੋਈ ਸਰਦਾ ਭਾਵਨਾ ਨਾਲ ਸੇਵਾ ਕਰੇ, ਕੱਪੜਿਆਂ ਦੀ ਪਰਵਾਹ ਨਾ ਕਰੇ, ਕਰਦਾ ਹੋਏ ਸੇਵਾ, ਸਾਰਿਆਂ ਦੀ ਗੱਲ ਮੰਨੇ। ਲੋਕੀ ਸੋਚਦੇ ਨੇ ਇਹ ਤਾਂ ਬੜੇ ਨੀਵੇਂ ਲੈਵਲ ਦਾ, ਬੜਾ ਛੋਟਾ ਹੈ, ਇਹਨੂੰ ਕੀ ਪਤਾ। ਪਰ ਆਮ ਕਰਕੇ ਗੁਰਬਾਣੀ ਵਿੱਚ ਵੀ ਆਉਂਦਾ ਹੈ ਜਿਹੜਾ ਫਲ ਹੁੰਦਾ ਹੈ ਉਹ ਨੀਵੇਂ ਰੁੱਖ ਨੂੰ ਹੀ ਲੱਗਦਾ, ਉੱਚਿਆਂ ਨੂੰ ਨਹੀਂ ਲੱਗਦਾ। ਕਦੀ ਵੇਖਣਾ ਅੰਬ ਦਾ ਦਰਖਤ ਹੈ, ਜਿਹੜੇ ਦਰਖਤ ਝੁਕੇ ਹੋਏ ਹੁੰਦੇ ਨੇ ਫਲ ਉਹਨਾਂ ਨੂੰ ਲੱਗਦੇ ਨੇ। ਵੱਡੇ ਤੇ ਆਪਣੇ ਹੰਕਾਰ ਦੇ ਵਿੱਚ ਹੀ ਬਾਣੀ ਕਹਿੰਦੀ ਹੈ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ। ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਉਹ ਕਹਿੰਦੇ ਨੇ ਜਿਹੜੇ ਉਹਦੇ ਫਲ ਨੇ ਫਿੱਕੇ ਨੇ, ਫੁੱਲ ਬੱਕ ਬੱਕੇ ਕੰਮ ਨਾ ਆਵੇ ਪਤ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਜੇ ਕਿਸੇ ਨੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਲੈਣਾ ਹੈ, ਜੇ ਕਿਸੇ ਨੇ ਗੁਣ ਤੇ ਚੰਗਿਆਈਆਂ ਲੈਣੀਆਂ ਨੇ, ਨੀਵਾਂ ਰਹੇ। ਜਿਸ ਦਿਨ ਮਹਾਰਾਜ ਨੇ ਨਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਗੱਲ ਵੀ ਦੱਸੀ ਨਾ, ਜ਼ਿੰਦਗੀ ਵਿੱਚ ਖੁਸ਼ ਰਹਿਣ ਦੀ, ਪਹਿਲਾ ਸ਼ਬਦ ਇੱਕ ਹੀ ਕਿਹਾ, ਨੀਵਾਂ ਰਹੇ। ਨੀਵੇਂ ਸਗੋਰਾ ਹੋਏ। ਜਿਹੜਾ ਨੀਵਾਂ ਹੁੰਦਾ ਹੈ ਉਹ ਵੱਡਾ ਹੋ ਜਾਂਦਾ ਹੈ। ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤ ਲੈ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰੀ ਗਰਭ 'ਚ ਗਲਦੇ ਨੇ। ਬਾਣੀ ਤੇ ਕਹਿੰਦੀ ਹੈ ਹੰਕਾਰੀਆਂ ਦੇ ਵੱਲ, ਜਿਹੜੇ ਨਿੰਦਾ ਕਰਦੇ ਨੇ ਉਹਨਾਂ ਦੇ ਵੱਲ ਰੱਬ ਦੀ ਪਿੱਠ ਹੋ ਜਾਂਦੀ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇਸ ਕਰਕੇ ਨਿੰਦਕ ਇਹ ਨਹੀਂ ਜਾਣ ਰਹੇ ਇਹ ਸੇਵਾ ਕਰ ਰਹੇ ਨੇ। ਇਹਨਾਂ ਦੀ ਭਾਵਨਾ ਕੀ ਹੈ? ਬਸ ਮਜ਼ਾਕ ਉਡਾਉਂਦੇ ਨੇ। ਇਹ ਨਹੀਂ ਪਤਾ ਇੱਕ ਦਿਨ ਇਹਨਾਂ ਨੇ ਦੀਨ ਦੁਨੀਆ ਦਾ ਬਾਦਸ਼ਾਹ ਬਣ ਜਾਣਾ ਹੈ। ਸਿੱਖਿਆ ਅਰ ਨਿੰਦਕ ਤੇ ਸੁਣ ਕਰ ਹਰਖ ਨ ਸ਼ੋਕ ਕਰੇ ਕਿਸ ਬਾਰ। ਇਹ ਨਹੀਂ ਸ਼੍ਰੀ ਅਮਰਦਾਸ ਜੀ ਕੋਈ ਉਹਨਾਂ ਦੀ ਨਿੰਦਾ ਕਰਦਾ ਹੈ, ਕੋਈ ਗਾਲ ਕੱਢਦਾ ਹੈ, ਕੋਈ ਉਵੇਂ ਨਿੰਦਾ ਕਰੀ ਉਹਨੂੰ ਕੁਝ ਕਹਿੰਦੇ ਨੇ, ਕਹਿੰਦੇ ਕੁਝ ਨਹੀਂ, ਚੁੱਪ ਰਹਿੰਦੇ ਨੇ। ਇਹ ਗੱਲ ਯਾਦ ਰੱਖਣਾ, ਜੇ ਕੋਈ ਨਿੰਦਾ ਕਰੇ ਨਾ ਚੁੱਪ ਰਹਿਣਾ ਚਾਹੀਦਾ। ਕਿਉਂ? ਉਹਦੀ ਨਿੰਦਾ ਦਾ ਜਵਾਬ ਉਹਨੂੰ ਸਮਾਂ ਦਿੰਦਾ ਹੈ, ਪ੍ਰਮਾਤਮਾ ਦਿੰਦਾ, ਸਾਨੂੰ ਦੇਣ ਦੀ ਲੋੜ ਨਹੀਂ। ਨਿੰਦਕ ਨੂੰ ਅਗਾਂਹ ਤੋਂ ਜਵਾਬ ਦੇਣ ਦੀ ਲੋੜ ਨਹੀਂ, ਉਹਨੂੰ ਜਵਾਬ ਟਾਈਮ ਦਿੰਦਾ ਹੈ। ਸਮਾਂ ਬੜਾ ਬਲਵਾਨ ਹੁੰਦਾ ਹੈ, ਸਮਾਂ ਬੜਾ ਸਮਰੱਥ ਹੁੰਦਾ ਹੈ, ਸਮਾਂ ਜਵਾਬ ਦਿੰਦਾ। ਕਹਿੰਦੇ ਨੇ ਮਸਕੀਨ ਜੀ ਇੱਕ ਦਿਨ ਕਹਿ ਰਹੇ ਸੀ, ਕਹਿੰਦੇ ਅਸਲ ਦੇ ਵਿੱਚ ਕਹਿੰਦੇ ਤੁਹਾਨੂੰ ਕੋਈ ਠੱਗ ਲਏ ਅੱਗੋਂ ਉਹਨੂੰ ਠੱਗੋ ਨਾ। ਜੇ 2 ਵਾਰੀ ਵੀ ਕੋਈ ਠੱਗ ਲਏ ਉਹਨੂੰ ਠੱਗੋ ਨਾ। ਕੋਈ 4 ਵਾਰੀ ਵੀ ਠੱਗ ਲਏ ਇਹਨੂੰ ਠੱਗੋ ਨਾ। 100 ਵਾਰੀ ਵੀ ਕੋਈ ਠੱਗ ਜਾਏ ਉਹਨੂੰ ਅੱਗੋਂ ਠੱਗੋ ਨਾ। ਜੇ 1 ਵਾਰੀ ਕੋਈ ਮਾੜਾ ਕਹਿ ਗਿਆ ਉਹਨੂੰ ਅੱਗੋਂ ਮਾੜਾ ਨਾ ਕਹੋ। 4 ਵਾਰੀ ਕਹਿ ਗਿਆ ਨਾ ਕਹੋ। ਕਿਉਂ? ਮਾੜੇ ਨੂੰ ਜਵਾਬ ਰੱਬ ਦਿੰਦਾ। ਚੰਗਿਆਈਆਂ ਬੁਰਾਈਆਂ ਵਾਚੈ ਧਰਮ।
ਜਿਹੜੀ ਸ਼ਾਂਤੀ ਹੁੰਦੀ ਹੈ, ਇਹ ਸਭ ਤੋਂ ਵੱਡਾ ਹਥਿਆਰ ਹੈ ਦੁਨੀਆ ਦਾ। ਇਸ ਤੋਂ ਵੱਡਾ ਹਥਿਆਰ ਅੱਜ ਤਾਈਂ ਬਣਿਆ ਨਹੀਂ ਦੁਨੀਆ 'ਤੇ। ਸਭ ਤੋਂ ਵੱਡਾ ਹਥਿਆਰ ਸ਼ਾਂਤੀ ਹੈ। ਜਿਸ ਮਨੁੱਖ ਦੇ ਕੋਲ ਸ਼ਾਂਤੀ ਹੈ ਉਹ ਗੁਣਾਂ ਦਾ ਸਾਗਰ ਹੈ। ਬਸ ਜਿਸ ਦੇ ਅੰਦਰ ਧੀਰਜਤਾ ਹੈ ਉਹ ਸਾਗਰ ਹੈ ਗੁਣਾਂ ਦਾ। ਔਰ ਯਾਦ ਰੱਖਣਾ, ਜਿੱਥੇ ਸ਼ਾਂਤੀ ਹੋਏ ਉੱਥੇ ਕਲੇਸ਼ ਨਹੀਂ ਹੁੰਦਾ। ਅੱਜ ਦੇ ਘਰਾਂ ਦੇ ਵਿੱਚ ਅਸੀਂ ਹਾਲਾਤ ਵੇਖਦੇ ਹਾਂ, ਜੇ ਬਹੁਤੀ ਜ਼ਿਆਦਾ ਕਿਤੇ ਲੜਾਈ, ਉਹਦਾ ਕਾਰਨ ਕੀ ਹੈ? ਜੇ ਦੋ ਬੰਦੇ ਗਰਮ ਨੇ, ਇੱਕ ਸ਼ਾਂਤ ਵੀ ਨਹੀਂ ਹੈ ਉਹਨਾਂ ਵਿੱਚ। ਜੇ ਕਿਤੇ ਇੱਕ ਹੀ ਸ਼ਾਂਤ ਹੋ ਜਾਏ, ਇੱਕ ਸ਼ਾਂਤ ਹੋ ਜਾਏ, ਸਾਰਾ ਕੁਝ ਠੀਕ ਹੋ ਜਾਏ। ਕਿਉਂਕਿ ਸ਼ਾਂਤੀ ਵੱਡੇ ਵੱਡੇ ਔਗਣਾਂ ਨੂੰ ਸਾੜ ਦਿੰਦੀ। ਸ਼ਾਂਤੀ ਰੱਖਣੀ ਚਾਹੀਦੀ। ਇਸ ਕਰਕੇ ਉਹ ਕਹਿੰਦੇ ਨੇ, ਜੇ ਉਹਨਾਂ ਦੀ ਕੋਈ ਨਿੰਦਾ ਕਰਦਾ ਵੀ ਹੈ, ਜਿਹਨੂੰ ਕਬੀਰ ਜੀ ਕਹਿੰਦੇ ਨੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਕਹਿੰਦੇ ਮੈਂ ਤੇ ਸਗੋਂ ਠੀਕ ਹਾਂ, ਨਿੰਦਕ ਦੇ ਵਿੱਚ ਘੱਟੋ ਘੱਟ ਸਾਰਾ ਦਿਨ ਮੇਰੀ ਫੋਟੋ ਤੇ ਰਹਿੰਦੀ ਹੈ। ਨਿੰਦਕ ਮਾਹੇ ਹਮਾਰਾ ਚੀਤ। ਨਿੰਦਾ ਜਿਹੜਾ ਨਿੰਦਕ ਹੈ, ਘੱਟੋ ਘੱਟ ਜੇ ਯਾਦ ਕਰਦਾ ਸਾਨੂੰ ਤੇ ਕਰਦਾ, ਰੱਬ ਨੂੰ ਤੇ ਨਹੀਂ ਨਾ ਕਰਦਾ। ਜੇ ਨਿੰਦਕ ਸਾਰਾ ਦਿਨ ਯਾਦ ਕਰੇਗਾ, ਘੱਟੋ ਘੱਟ ਸਾਡੇ ਔਗਣ ਹੀ ਕਰੇਗਾ, ਗੁਣ ਤੇ ਨਹੀਂ ਨਾ ਕਰੇ। ਤੇ ਯਾਦ ਰੱਖਣਾ, ਜਿਹਦੇ ਨਾਲ ਈਰਖਾ ਹੋਏ ਨਾ, ਸਾਰਾ ਦਿਨ ਉਹਦੀ ਫੋਟੋ ਦਿਮਾਗ ਵਿੱਚ ਬਣੀ ਰਹਿੰਦੀ ਹੈ। ਉਹਦੇ ਔਗਣਾਂ ਦੀ ਫੋਟੋ ਮਨੁੱਖ ਦੇ ਅੰਦਰ ਚੱਲਦੀ ਹੀ ਰਹਿੰਦੀ ਹੈ। ਇੱਕ ਸੇਵਕੇ ਤਤ ਪਰ ਹਮੈ ਕਰ, ਗੁਰੂ ਅਰਥ ਹੈ ਸਰਬ ਪ੍ਰਕਾਰ। ਸਾਰਾ ਦਿਨ ਸੇਵਾ ਕਰਦੇ ਰਹਿੰਦੇ ਨੇ, ਹਮੇਸ਼ਾ ਸੇਵਾ ਵਾਸਤੇ ਤਤਪਰ ਰਹਿੰਦੇ ਨੇ, ਗੁਰੂ ਨੂੰ ਹੀ ਸੇਵਦੇ ਰਹਿੰਦੇ ਹਨ। ਦੋਹਰਾ ਇਸ ਪ੍ਰਕਾਰ ਸੇਵਾ ਕਰੇ, ਹਰਖ ਸ਼ੋਕ ਉਰ ਤਿਆਗ। ਐਵੇਂ ਸੇਵਾ ਕਰਦੇ ਨੇ ਉਹ, ਹਰਕ ਤੇ ਸ਼ੋਗ ਨੂੰ ਤਿਆਗ ਕੇ, ਖੁਸ਼ੀ ਤੇ ਗਮੀ ਛੱਡ ਕੇ ਸੇਵਾ ਕਰ ਰਹੇ ਨੇ। ਬੜੀ ਭਾਰੀ ਜਿਹੜੀ ਤਪੱਸਿਆ ਇਹ ਸੇਵਾ ਦੀ ਸ਼੍ਰੀ ਅਮਰਦਾਸ ਜੀ ਕਰ ਰਹੇ ਹਨ। ਕਹਿਓ ਕਿਸ ਕੋ ਕਿਸੀ ਬਿਦ ਤਰਹਿ ਨਾ ਮਨ ਬਟ ਭਾਗ। ਕਹਿੰਦੇ ਕੋਈ ਇਹਨਾਂ ਨੂੰ ਕੁਝ ਕਹਿ ਵੀ ਦੇ, ਉਹਦੀ ਗੱਲ ਨੂੰ ਮਨ ਵਿੱਚ ਨਹੀਂ ਟਿਕਾਉਂਦੇ। ਕਹਿੰਦੇ ਨੇ ਚਲੋ ਛੱਡੋ ਪਰਾਂ, ਕਹਿ ਗਿਆ ਤੇ ਕਹਿ ਗਿਆ, ਕੋਈ ਗੱਲ ਨਹੀਂ, ਸਾਡਾ ਕੀ ਲੈ ਗਿਆ। ਜੇ ਕੁਝ ਕੋਈ ਗਲਤ ਕਹਿ ਵੀ ਗਿਆ, ਦੇ ਕੇ ਗਿਆ, ਲੈ ਕੇ ਤੇ ਕੁਝ ਨਹੀਂ ਗਿਆ। ਜੇ ਕੋਈ ਗਲਤ ਕਹਿ ਵੀ ਰਿਹਾ, ਕਹਿ ਹੀ ਰਿਹਾ ਨਾ, ਦੇ ਹੀ ਰਿਹਾ, ਲੈ ਤੇ ਨਹੀਂ ਰਿਹਾ। ਇਹ ਧੀਰਜ ਦੀ ਗੱਲ। ਇਹ ਵੈਸੇ ਇਹ ਧੀਰਜ ਪਤਾ ਵੀ ਕਦੋਂ ਆਉਂਦਾ ਹੈ? ਜਦੋਂ ਮਨੁੱਖ ਕਿਤੇ ਨਾਮ ਜਪੇ। ਜਿਹੜਾ ਨਾਮ ਹੈ ਨਾ, ਅੰਦਰ ਸ਼ਾਂਤੀ ਲੈ ਕੇ ਆਉਂਦਾ ਹੈ। ਜਿਹੜਾ ਸਿਮਰਨ ਹੈ, ਅੰਦਰ ਸ਼ਾਂਤੀ ਪੈਦਾ ਕਰਦਾ ਹੈ। ਜਿਉਂ-ਜਿਉਂ ਸਿਮਰਨ ਵੱਧਦਾ ਰਹੇਗਾ ਸਾਧ ਸੰਗਤ ਜੀ, ਦੁਨੀਆ ਦੀਆਂ ਬੜੀਆਂ ਵੱਡੀਆਂ ਗੱਲਾਂ ਛੋਟੀਆਂ ਲੱਗਣਗੀਆਂ। ਜੇ ਅੰਦਰ ਰੱਬ ਦਾ ਨਾਂ ਨਹੀਂ, ਦੁਨੀਆ ਦੀ ਛੋਟੀ ਜੀ ਗੱਲ ਵੀ ਬੜੀ ਵੱਡੀ ਲੱਗੇਗੀ। ਇੱਕ ਛੋਟੀ ਜੀ ਗੱਲ ਤੇ ਮਨੁੱਖ ਲੜਾਈ ਕਰ ਪੈਂਦਾ ਹੈ, ਜੇ ਅੰਦਰ ਸਿਮਰਨ ਨਹੀਂ। ਜੇ ਅੰਦਰ ਕਿਤੇ ਪਰਮੇਸ਼ਰ ਦੀ ਯਾਦ ਹੈ, ਪਰਮੇਸ਼ਰ ਦੀ ਬੰਦਗੀ ਹੈ, ਇੰਨੀ ਸ਼ਾਂਤੀ ਹੋਏਗੀ, ਬੜੀ ਵੱਡੀ ਗੱਲ ਵੀ ਛੋਟੀ ਲੱਗੇਗੀ। ਲੋਕੀ ਸਗੋਂ ਕੋਲੋਂ ਕਹਿਣਗੇ, ਇਹ ਤੁਹਾਨੂੰ ਇੰਨਾ ਕੁਝ ਕਹਿ ਗਿਆ, ਤੁਸੀਂ ਇਹਨੂੰ ਕਹਿੰਦੇ ਕਿਉਂ ਨਹੀਂ ਕੁਝ? ਕਹਿੰਦਾ ਨਹੀਂ, ਮੇਰਾ ਕੀ ਲੈ ਗਿਆ, ਛੱਡੋ ਪਰਾਂ, ਕਿਉਂਕਿ ਉਹ ਖੁਸ਼ ਹੈ। ਇਸ ਕਰਕੇ ਜਦੋਂ ਮਨੁੱਖ ਦੇ ਅੰਦਰ ਸ਼ਾਂਤੀ ਨਾਮ ਆਉਂਦਾ ਹੈ, ਦੁਨੀਆ ਦੀਆਂ ਵੱਡੀਆਂ ਗੱਲਾਂ, ਵੱਡੇ ਵਿਵਾਦ ਵੀ ਛੋਟੇ ਲੱਗਦੇ ਹਨ। ਛੰਦ ਘਟਾ ਸ਼ਾਮ ਇੱਕ ਦਿਸਾ, ਮਹਿ ਪਸਰਿਓ ਅੰਧਕਾਰਾ। ਇੱਕ ਦਿਨ ਕੀ ਹੋਇਆ ਖਡੂਰ ਸਾਹਿਬ ਵਿਖੇ, ਕਹਿੰਦੇ ਬੱਦਲ ਛਾਇਆ ਹੋਇਆ ਸੀ, ਥੋੜਾ ਹਨੇਰਾ ਹੋ ਗਿਆ, ਜਿਵੇਂ ਆ ਸਮਾਂ ਹੈ। ਉਸ ਤੋਂ ਬਾਅਦ ਬੱਦਲ ਸੀ, ਥੋੜਾ ਹਨੇਰਾ ਪੈ ਗਿਆ ਸੀ। ਕੋ ਬਰਖਾ ਬੂੰਦ ਧਰ ਕਰਤਬ ਕਰ ਡਾਰਾ। ਥੋੜੀਆਂ ਬੂੰਦਾਂ ਪੈ ਰਹੀਆਂ ਸਨ। ਬੂੰਦਾਂ ਪੈਂਦਿਆਂ ਥੱਲੇ ਧਰਤੀ ਤੇ ਗਾਰਾ ਹੋ ਚੁੱਕਾ ਸੀ। ਸਰਦ ਕਾਲ ਪਾਲਾ ਪਰੇ ਤਨ ਸੁਖ ਚਹਿ ਸਾਰੇ। ਠੰਡ ਬੜੀ ਸੀ, ਪਾਲਾ ਪੈ ਰਿਹਾ ਸੀ। ਸਾਰਿਆਂ ਦੇ ਸਰੀਰ ਜਿਹੜੇ ਪਾਲੇ ਨਾਲ ਸੁਕੜਦੇ ਹੀ ਜਾ ਰਹੇ ਸਨ। ਫੂਲ ਤੁਲਾਈ ਕਹਿ ਅਗਨ ਸੀਤੈ ਨਿਰਵਾਰੇ। ਲੋਕੀ ਆਪਣੇ ਉੱਤੇ ਰਜਾਈਆਂ ਲੈ ਰਹੇ ਸੀ, ਕੋਈ ਅੱਗ ਲਾ ਕੇ ਬੈਠਾ ਹੈ, ਹੱਥ ਸੇਕ ਰਿਹਾ ਹੈ, ਤਾਂ ਕਿ ਪਾਲੇ ਤੋਂ ਸਾਨੂੰ ਨਿਜਾਤ ਪਾ ਸਕੀਏ। ਰਹੀ ਜਾਗ ਜਗ ਜਾਗਣੀ ਪਾ ਭਜਨ ਕਾਲਾ। ਕਹਿੰਦੇ ਜਦੋਂ ਪਹਿਰ ਰਾਤ ਰਹਿ ਗਈ, ਪਹਿਰ ਰਾਤ ਦੇ ਰਹਿੰਦਿਆਂ ਹੀ ਗੁਰੂ ਜੀ ਦੇ ਇਸ਼ਨਾਨ ਦਾ ਸਮਾਂ ਹੋ ਗਿਆ ਹੈ। ਚਲੇ ਕਸਲੇ ਹਾਥ ਮਹੇ ਆਲਸ ਕੋ ਟਾਲਾ। ਸ਼੍ਰੀ ਅਮਰਦਾਸ ਜੀ ਸਵੇਰੇ ਉੱਠੇ। ਦੇਖੋ ਉਮਰ ਹੈ 76-75 ਸਾਲ ਦੀ।
ਉੱਠੇ ਸਵੇਰੇ, ਨਹੀਂ ਇਸ ਉਮਰ 'ਚ ਤੇ ਜਵਾਨੀ ਦੇ ਵਿੱਚ ਨਹੀਂ ਉੱਠ ਕੇ ਸੇਵਾ ਆਈ ਜਾਂਦੀ ਗੁਰਦੁਆਰੇ, ਬਜ਼ੁਰਗੀ ਦੀ ਤੇ ਗੱਲ ਹੀ ਦੂਰ ਹੈ। ਕਹਿੰਦੇ ਹੱਥ ਦੇ ਵਿੱਚ ਕਲਸ਼ ਫੜਿਆ, ਕਹਿੰਦੇ ਚੱਲ ਮਨਾ ਗੁਰੂ ਦੇ ਇਸ਼ਨਾਨ ਦਾ ਟਾਈਮ ਹੋ ਗਿਆ ਹੈ। ਭਰਿਓ ਜਾਏ ਸਿਰ ਪਰ ਧਰਿਓ, ਹੱਥ ਆਵਣ ਲਾਗੇ। ਭਰਿਆ ਉਹਨੂੰ ਬਿਆਸਾ ਦਰਿਆ ਤੋਂ, ਸਿਰ ਤੇ ਧਰਿਆ ਤੇ ਲੈ ਕੇ ਮੁੜ ਕੇ ਵਾਪਸ ਆ ਰਹੇ ਹਨ। ਸਣੇ ਸਣੇ ਸ਼੍ਰੀ ਅਮਰ ਜੀ ਪੱਗ ਰੱਖੇ ਅੱਗੇ। ਹੌਲੀ ਹੌਲੀ ਮੇਰੇ ਗੁਰੂ ਅਮਰਦਾਸ ਜੀ ਪੱਗ ਰੱਖਦੇ ਨੇ, ਪੈਰ ਉਹ ਪੈਰ ਵੀ ਪਵਿੱਤਰ ਨੇ, ਉਹ ਚਰਨ ਪਵਿੱਤਰ ਨੇ। ਹੌਲੀ ਹੌਲੀ ਸਿਰ ਤੇ ਗੁਰੂ ਜੀ ਨੂੰ ਇਸ਼ਨਾਨ ਕਰਨ ਵਾਸਤੇ ਜਲ ਹੈ, ਹੌਲੀ ਹੌਲੀ ਪੈਰ ਧਰਦੇ ਧਰਦੇ ਆ ਰਹੇ ਹਨ। ਫਿਸਲੇ ਪੱਗ ਕਲਸਾ ਗਏ, ਜਲ ਪਹੁੰਚੈ ਨਹੀਂ। ਰਾਹ ਵਿੱਚ ਮਨ ਵਿੱਚ ਇਹੀ ਚਿੰਤਾ ਹੈ, ਮਨਾ ਥੱਲੇ ਚਿੱਕੜ ਬੜਾ ਹੋਇਆ ਹੈ, ਕਿਤੇ ਐਵੇਂ ਹੋਏ ਤੇਰਾ ਪੈਰ ਫਿਸਲ ਜਾਏ, ਸਰੀਰ ਬਜ਼ੁਰਗ ਹੈ, ਕਿਤੇ ਇਹ ਜਿਹੜਾ ਕਲਸ਼ ਪਾਣੀ ਦਾ ਧਰਿਆ ਉੱਤੇ ਇਹ ਥੱਲੇ ਨਾ ਡਿੱਗ ਜਾਵੇ। ਦਰਹੇ ਸਮੋ ਇਸ਼ਨਾਨ ਕੋ ਇਸ ਚਿੰਤਾ ਮਾਹੀ। ਕਦੀ ਮੇਰੇ ਤੋਂ ਇਹ ਪਾਣੀ ਡਿੱਗ ਜਾਵੇ ਤੇ ਮੇਰੇ ਗੁਰੂ ਦਾ ਇਸ਼ਨਾਨ ਦਾ ਟਾਈਮ ਹੀ ਨਿਕਲ ਜਾਏ, ਕਦੀ ਐਸਾ ਨਾ ਹੋ ਜੇ। ਮਨ ਵਿੱਚ ਇਹ ਚਿੰਤਾ ਸੋਚਦੇ ਆ ਰਹੇ ਹਨ। ਧਰਮਸਾਲ ਕੇ ਪੰਥ ਮਹਿ ਕਰਹੁ ਤੋ ਜੁਲਾਹੇ। ਜਿਹੜੇ ਰਾਹ ਤੋਂ ਉਹ ਆ ਰਹੇ ਸੀ, ਉਹ ਰਾਹ ਦੇ ਵਿੱਚ ਇੱਕ ਜੁਲਾਹੇ ਦਾ ਘਰ ਪੈਂਦਾ ਸੀ, ਉਹ ਜੁਲਾਹ ਉੱਥੇ ਰਿਹਾ ਕਰਦਾ ਸੀ। ਗਿਰਿਓ ਨੀਰ ਤਿਨ ਤੇ ਤਹਾ ਕਦਮ ਬਹੁਤ ਆਹੇ। ਕਹਿੰਦੇ ਉਹਨੇ ਘਰ ਦੇ ਬਾਹਰ ਬੜਾ ਪਾਣੀ ਸੁੱਟਿਆ ਹੋਇਆ ਸੀ, ਕਿਉਂਕਿ ਕੱਪੜੇ ਕੁਪੜਿਆਂ ਦਾ ਉਹ ਕਰਦਾ ਸੀ ਕੰਮ, ਪਾਣੀ ਸੁੱਟਿਆ ਹੋਇਆ ਤਾਂ ਕਰਕੇ ਉਹਦੇ ਘਰ ਦੇ ਅੱਗੇ ਗਾਰਾ ਬੜਾ ਹੋਇਆ ਸੀ। ਮੰਦ ਮੰਦ ਬੂੰਦਨ ਗਿਰੈ ਉਨ ਪੰਕ ਸੋ ਜਾਂਤੇ। ਇੱਕ ਤੇ ਉਹਨੇ ਪਾਣੀ ਸੁੱਟਿਆ, ਉੱਤੋਂ ਹੋਰ ਬੂੰਦਾਂ ਪੈ ਰਹੀਆਂ ਸੀ, ਇਸ ਕਰਕੇ ਉੱਥੇ ਚਿੱਕੜ ਬੜਾ ਵੱਧ ਗਿਆ। ਅਧਿਕ ਅੰਧੇਰੋ ਹੋਏ ਰਿਓ ਮਗ ਲਗਿਓ ਨਾ ਜਾਂਤੇ। ਹਨੇਰਾ ਬੜਾ ਹੋਇਆ ਸੀ, ਰਾਹ ਵੇਖ ਨਹੀਂ ਸੀ ਰਿਹਾ, ਇਸ ਕਰਕੇ ਉਹ ਰਾਹ ਤੋਂ ਥੋੜੇ ਸਾਈਡ 'ਚ ਹੋ ਗਏ ਹਨ। ਇੱਕ ਕਰੀਰ ਕੋ ਤਿਲਕ ਤਹੇ ਛਿਤ ਗੜਿਓ ਜੁਲਾਹੇ। ਇੱਕ ਕਰੀਰ ਦਾ ਰੁੱਖ ਸੀ, ਕਰੀਰ ਜਿਵੇਂ ਕਿੱਕਰ ਹੁੰਦਾ ਐਵੇਂ ਕਰੀਰ ਹੁੰਦਾ ਹੈ, ਇੱਕ ਰੁੱਖ ਸੀ, ਉਹਨੇ ਜਿਹੜਾ ਜੁਲਾਹਾ ਸੀ ਉਹਨੇ ਉਹਦੇ ਵਿੱਚ ਖੱਡੀ ਗੱਡੀ ਹੋਈ ਸੀ। ਕੀਰ ਬੁਨਹਿ ਤਿਸ ਬਾਤ ਕਰ ਕੁੰਬਲ ਕੁਨ ਵਾਹੇ। ਕਰੀਰ ਦੇ ਰੁੱਖ ਵਿੱਚ ਕਿੱਲਾ ਗੱਡਿਆ ਹੋਇਆ ਸੀ, ਉਹ ਕਿੱਲੇ ਦੇ ਨਾਲ ਖੱਡੀ ਬਨ ਕੇ ਉਹ ਕੱਪੜਾ ਉਣਿਆ ਕਰਦਾ ਸੀ। ਆਏ ਜਬ ਸ਼੍ਰੀ ਅੰਮ੍ਰਿਤ ਹੈ ਪਗ ਕੀਲੇ ਲਾਗਾ। ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਆਏ, ਉਹਨਾਂ ਦਾ ਜਿਹੜਾ ਪੈਰ ਹੈ ਉਹ ਕਿੱਲੇ ਦੇ ਨਾਲ ਵੱਜਿਆ। ਨਿਕਟ ਗਿਰੇ ਕੁੰਬਲ ਦਿਖੈ ਨਹਿ ਸੰਭਲ ਆਗਾ। ਇੱਕਦਮ ਉੱਥੇ ਡਿੱਗ ਗਏ, ਡਿੱਗਦਿਆਂ ਹੀ ਥੱਲੇ ਡਿੱਗ, ਸਰੀਰ ਬਜ਼ੁਰਗ ਸੀ, ਸੋਚਦੇ ਨੇ ਕਿਤੇ ਕਲਸ਼ ਮੇਰੇ ਸਿਰ ਤੋਂ ਨਾ ਡਿੱਗੇ। ਕਲਸ਼ ਬਚਾਵਨ ਕਾਰਣੇ ਬਲ ਕੀਨ ਵਡੇਰਾ। ਉਹ ਭਰੇ ਹੋਏ ਕਲਸ਼ ਨੂੰ ਬਚਾਉਣ ਵਾਸਤੇ ਬੜਾ ਯਤਨ ਕੀਤਾ, ਬਹੁਤ ਯਤਨ ਕਰ ਰਹੇ ਹਨ। ਨੀਰ ਨਾ ਗਿਰਨੇ ਦੀਨ ਤਿਸ ਥੰਬਿਓ ਤਿਸ ਬੇਰਾ। ਐਡਾ ਯਤਨ ਕੀਤਾ, ਆਪਣੇ ਉੱਤੇ ਉਹ ਕਲਸ਼ ਨੂੰ ਸੁੱਟ ਲਿਆ, ਆਪ ਥੱਲੇ ਡਿੱਗੇ, ਪਰ ਜਿਹੜਾ ਪਾਣੀ ਦਾ ਭਰਿਆ ਕਲਸ਼ ਸੀ ਉਹ ਨਹੀਂ ਡਿੱਗਣ ਦਿੱਤਾ ਹੈ। ਨੀਠ ਨੀਠ ਕਲਸਾ ਤਬੇ ਸਿਰ ਉੱਪਰ ਰੱਖਿਓ। ਫਿਰ ਡਿੱਗੀਆਂ ਨੇ ਹੌਲੀ ਹੌਲੀ ਚੁੱਕ ਕੇ ਉਹ ਜਿਹੜਾ ਕਲਸ਼ ਥੱਲੇ ਸੀ, ਹੌਲੀ ਹੌਲੀ ਲਿਆਂਦਿਆਂ ਉਹ ਸਿਰ ਦੇ ਉੱਤੇ ਰੱਖ ਲਿਆ ਹੈ। ਮਜਨ ਕੋ ਨਹਿ ਬਿਲਮ ਹੋਏ ਗੁਰ ਦਿਸਾ ਅਬਿਲਾਖਿਓ। ਪਰ ਮਨ ਵਿੱਚ ਇਹ ਹੈ ਵੀ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰਿਓ, ਕਿਤੇ ਮੈਂ ਲੇਟ ਨਾ ਹੋ ਜਾਵਾਂ, ਤੁਹਾਡੇ ਇਸ਼ਨਾਨ ਦਾ ਟਾਈਮ ਨਾ ਨਿਕਲ ਜਾਵੇ। ਪਰੀ ਜੁਲਾਹੀ ਸਦਰ ਮਹਿ ਅਰਹ ਕੋ ਜੁਲਾਹਾ। ਕਹਿੰਦੇ ਜੁਲਾਹਾ ਅਤੇ ਉਹਦੇ ਘਰ ਦੀ, ਉਹ ਅੰਦਰ ਘਰ ਦੇ ਵਿੱਚ ਪਈ ਹੋਈ ਸੀ। ਭਇਓ ਖੜਕ ਸੁਣ ਕੈ ਸ਼ਬਦ ਬਾਹਰ ਕੋ ਆਹਾ। ਜਦੋਂ ਇਹ ਖੜਕਾ ਹੋਇਆ ਕਲਸ਼ ਦਾ, ਅੰਦਰੋਂ ਆਵਾਜ਼ ਆਈ, ਬਾਹਰ ਕੌਣ ਹੈ? ਇਸ ਵੇਲੇ ਰਾਤ ਨੂੰ ਕੌਣ ਤੁਰਿਆ ਫਿਰਦਾ ਹੈ? ਗਿਰਿਓ ਕੌਣ ਇਸ ਥਲ ਵਿਖੈ ਤਸਕਰ ਹੈ ਕੋ। ਕਹਿੰਦੇ ਮਨ ਵਿੱਚ ਕਹਿੰਦਾ ਜ਼ੋਰ ਲਾ ਕੇ ਕੋਈ ਚੋਰ ਤੇ ਨਹੀਂ ਜਿਹੜਾ ਬਾਹਰ ਖੜਕਾ ਕਰ ਰਿਹਾ, ਕੋਈ ਚੁੱਕਣ ਤੇ ਨਹੀਂ ਆਇਆ। ਕਿਦੋ ਅਪਰ ਮਾਰਮ ਹੈ ਉੱਤਰ ਦੇਹੋ ਸੋ। ਜੇ ਕੋਈ ਹੋਰ ਵੀ ਹੈ ਮੈਨੂੰ ਬਾਹਰੋਂ ਹੀ ਜਵਾਬ ਦਿਓ, ਕੌਣ ਹੋ ਤੁਸੀਂ? ਜੁਲਾਹਾ ਅੰਦਰੋਂ ਆਵਾਜ਼ ਦੇ ਰਿਹਾ ਹੈ। ਸੁਣਿਓ ਜੁਲਾਹੇ ਕੋ ਪਨਿਓ ਸ਼੍ਰੀ ਅਮਰ ਬਤਾਇਓ। ਫਿਰ ਉਹ ਜਦੋਂ ਜੁਲਾਹੇ ਦੀ ਬਚਨ ਸੁਣੇ ਵੀ ਇਹ ਪੁੱਛ ਰਿਹਾ ਕੁਝ, ਫਿਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਦੱਸਿਆ ਹੈ, ਮੈਂ ਸਤਿਗੁਰ ਕੋ ਦਾਸ ਹੋ ਲੈ ਕੇ ਜਲ ਆਇਓ। ਕਹਿੰਦੇ ਮੈਂ ਤੇ ਗੁਰੂ ਦਾ ਦਾਸ ਹਾਂ, ਭਾਈ ਗੁਰੂ ਅੰਗਦ ਸਾਹਿਬ ਜੀ ਦਾ, ਉਹਨਾਂ ਦੇ ਇਸ਼ਨਾਨ ਵਾਸਤੇ ਜਲ ਲੈਣ ਆਇਆ ਹਾਂ।
ਕੌਣ ਦਾਸ ਇਸ ਕਾਲ ਮਹਿ ਪਾਲਾ ਅੰਧਕਾਰਾ। ਕਹਿੰਦੇ ਕਿਹੜਾ ਦਾਸ ਹੈ ਇੰਨੀ ਰਾਤ ਨੂੰ ਤੁਰਿਆ ਫਿਰਦਾ, ਇੰਨਾ ਠੰਡ ਹੋਈ ਹੈ, ਜਾ ਕੇ ਆਪਣੇ ਘਰ ਪੈ। ਆ ਰਾਤ ਨੂੰ ਕਿੱਥੇ ਤੁਰਿਆ ਫਿਰਦਾ ਚੁੱਕੇ ਗਾਗਰ? ਇੰਨੇ ਅੰਧੇਰੇ ਦੇ ਵਿੱਚ ਕਿਹੜਾ ਦਾਸ ਤੁਰਿਆ ਫਿਰਦਾ ਹੈ? ਬੂੰਦਾਂ ਬਰਖਤ ਕਲਕੱਤਾ ਅਮਲੀ ਪਰਗਾਰਾ। ਬੂੰਦਾਂ ਵਸ ਰਹੀਆਂ ਨੇ, ਮੀਂਹ ਪੈ ਰਿਹਾ ਹੈ, ਧਰਤੀ ਤੇ ਗਾਰਾ ਹੋਇਆ ਪਿਆ, ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਸੁਨਤ ਜੁਲਾਹੀ ਨੇ ਪੜਿਓ ਔਰ ਨਾ ਅਸਕੋ। ਅੰਦਰੋਂ ਜੁਲਾਈ ਕਹਿੰਦੀ ਹੈ ਇਹਨੇ ਕਿਸੇ ਨੇ ਹੋਰ ਕਿਸੇ ਨੇ ਹੋਣਾ ਹੈ, ਇਹ ਤੇ ਇੱਕ ਹੀ ਮਨੁੱਖ ਹੋ ਸਕਦਾ ਹੈ। ਮਿਰਥਾਵਾ ਅਮਰੂ ਫਿਰੇ ਇਸ ਛਿਨ ਹੈ ਸੋ। ਕਹਿੰਦੇ ਇਸ ਟਾਈਮ ਤੇ ਉਹ ਨਥਾਵਾ ਅਮਰੂ ਤੁਰਿਆ ਫਿਰਦਾ, ਨਾ ਘਰ ਦੀ ਸੁੱਧ ਹੈ ਨਾ ਬਾਹਰ ਦੀ ਹੈ। ਘਰਦਿਆਂ ਨੇ ਧੱਕੇ ਮਾਰ ਕੇ ਕੱਢਿਆ। ਜੁਲਾਈ ਨੇ ਇਹ ਵਚਨ ਕਹੇ ਹਨ। ਇਸ ਦਿਨ ਇਸ ਕੋ ਚੈਨ ਨਹਿ ਇਤੇ ਇੱਕ ਨਿਤ ਡੋਲੇ। ਕਹਿੰਦੇ ਇਹਨੂੰ ਦਿਨ ਰਾਤ ਚੈਨ ਨਹੀਂ ਹੈ, ਇਹ ਨਹੀਂ ਦਿਨ ਵਿੰਦਾ ਰਾਤ ਵਿੰਦਾ, ਬਸ ਤੁਰਿਆ ਹੀ ਫਿਰਦਾ ਹੈ, ਦਿਨ ਰਾਤ ਸੇਵਾ ਤੇ ਹੀ ਲੱਗਾ ਹੋਇਆ ਹੈ। ਖਾਏ ਪੇਟ ਨਿਤ ਭਰਤ ਹੈ ਕਿ ਸੋਨੇ ਬੋਲੇ। ਕਹਿੰਦੇ ਪੇਟ ਭਰ ਕੇ ਖਾ ਲੈਂਦਾ, ਬੋਲਦਾ ਕਿਸੇ ਨਾਲ ਹੈ ਨਹੀਂ, ਪਤਾ ਨਹੀਂ ਕੀ ਕਰਦਾ ਰਹਿੰਦਾ ਹੈ। ਵੇਖੋ ਮਨਮੁੱਖਾਂ ਦੀ ਐਸੀ ਦਸ਼ਾ, ਐਵੇਂ ਬੋਲਦੇ ਨੇ ਉਹ ਐਸੇ ਬੱਚੇ। ਕਹਿੰਦੇ ਪਤਾ ਨਹੀਂ ਕੀ ਕਰਦਾ ਹੈ, ਪੇਟ ਭਰ ਕੇ ਸੋਇਆ ਰਹਿੰਦਾ ਹੈ, ਕਿਸੇ ਨਾਲ ਬੋਲਦਾ ਵੀ ਨਹੀਂ ਹੈ। ਕੁੱਲ ਗ੍ਰਹਿ ਤਜ ਉਪਹਾਸ ਸਹਿ ਰਹੇ ਤਵੇ ਨਜੀਕਾ। ਆਪਣਾ ਘਰ ਛੱਡਿਆ, ਆਪਣਾ ਪਰਿਵਾਰ ਛੱਡਿਆ, ਆ ਕੇ ਗੁਰੂ ਦੇ ਕੋਲ ਰਹਿੰਦਾ ਹੈ। ਪਤਾ ਨਹੀਂ ਇਹਨੂੰ ਗੁਰੂ ਤੋਂ ਕੀ ਲਾਲਚ ਹੈ। ਜਗ ਕੀ ਲਾਜ ਨਾ ਕੁਛ ਕਰੇ ਕਹਿ ਬੁਰਾ ਕੇ ਨਿਕਾ। ਕਹਿੰਦੇ ਕਿਸੇ ਇਹਨੂੰ ਕੋਈ ਲਾਜ ਨਹੀਂ, ਭਾਵੇਂ ਇਹਨੂੰ ਕੋਈ ਗਾਲਾਂ ਕੱਢੇ, ਕੋਈ ਬੁਰਾ ਕਹੇ ਚੰਗਾ ਕਹੇ, ਇਹਨੂੰ ਕੁਛ ਨਹੀਂ ਹੈ। ਪਤਾ ਨਹੀਂ ਕਿਉਂ ਤੁਰਿਆ ਫਿਰਦਾ ਹੈ। ਸੁਣ ਬੋਲੇ ਸ਼੍ਰੀ ਅਮਰ ਜੀ ਮੈਂ ਨਹੀਂ ਨਿਥਾਵਾ। ਸ਼੍ਰੀ ਅਮਰਦਾਸ ਜੀ ਬੋਲੇ ਬੀਬੀ ਵੇਖ ਕੇ ਬੋਲ, ਮੈਂ ਨਥਾਵਾ ਨਹੀਂ ਆ। ਉਹ ਮੈਨੂੰ ਥਾਂ ਹੈ, ਮੇਰਾ ਗੁਰੂ ਹੈ ਗੁਰੂ ਅੰਗਦ ਸਾਹਿਬ, ਮੈਨੂੰ ਨਥਾਵਾ ਕਹਿਣ ਦੀ ਲੋੜ ਨਹੀਂ। ਸੇਵਿਓ ਸਤਿਗੁਰ ਸਦਾ ਬਡੋ ਸ਼ੁਭ ਸ਼ੁਭਤ ਸੁਭਾਵਾ। ਕਹਿੰਦੇ ਇਸ ਕਰਕੇ ਕਹਿਣ ਲੱਗੇ ਮੈਂ ਸਭ ਤੋਂ ਵੱਡੇ ਨੇਕ ਤੇ ਸ਼ੋਭਨਿਕ ਗੁਰੂ ਸ਼੍ਰੀ ਗੁਰੂ ਅੰਗਦ ਸਾਹਿਬ ਦਾ ਚੇਲਾ। ਬੀਬੀ ਨਥਾਵਾ ਨਾ ਕਹੀਂ, ਐਵੇਂ ਨਾ ਕਿਤੇ ਗਲਤੀ ਕਰੀ, ਮੇਰਾ ਗੁਰੂ ਹੈ, ਮੈਨੂੰ ਦੇਣ ਵਾਲਾ ਹੈ ਉਹ, ਮੈਨੂੰ ਨਥਾਵਾ ਕਹਿਣ ਦੀ ਲੋੜ ਨਹੀਂ। ਤੂੰ ਕਮਲੀ ਹੋਏ ਕਹਿਤ ਹੈ ਬੁੱਧ ਹਿਰਦੇ ਨਾ ਕੋਈ। ਤੂੰ ਤੇ ਕਮਲੀ ਹੋ ਗਈ ਹੈ ਬੀਬੀ, ਤੇਰੇ ਦੇ ਹਿਰਦੇ ਵਿੱਚ ਕੋਈ ਸੁੱਧੀ ਨਹੀਂ, ਤੈਨੂੰ ਪਤਾ ਹੀ ਨਹੀਂ ਨਥਾਵੇਂ ਕਿਹੜੇ ਹੁੰਦੇ ਨੇ, ਤੈਨੂੰ ਪਤਾ ਹੀ ਨਹੀਂ ਇਹ ਗੱਲ। ਕਹਿੰਦੇ ਤੂੰ ਕਮਲੀ ਹੋ ਗਈ ਹੈ। ਨਹੀਂ ਮਹਾਤਮ ਕੋ ਲਖਿਓ ਦਾਤਾ ਜਗ ਜੋਈ। ਤੂੰ ਗੁਰੂ ਦਾ ਮਹੱਤਵ ਨਹੀਂ ਜਾਣਦੀ, ਗੁਰੂ ਦੇ ਸਿੱਖ ਨੂੰ ਨਥਾਵਾ ਕਹਿੰਦੀ ਹੈ। ਤੈਨੂੰ ਪਤਾ ਨਹੀਂ ਗੁਰੂ ਚਾਹੇ ਆਪਣੇ ਸਿੱਖ ਨੂੰ ਜੋ ਮਰਜ਼ੀ ਦੇ ਦੇਵੇ, ਤੂੰ ਨਥਾਵਾ ਕਿਹੜੇ ਬੇਸ ਤੇ ਕਹਿੰਦੀ ਹੈ ਮੈਨੂੰ? ਉਹ ਕਿਹੜੀ ਗੱਲ ਹੈ ਤੂੰ ਮੈਨੂੰ ਨਥਾਵਾ ਕਹਿ ਕੇ ਪੁਕਾਰ ਰਹੀ ਹੈ? ਇਮ ਕਹੇ ਸਿਰ ਪਰ ਕਲਸ ਲੈ ਆਏ ਨਿਜ ਥਾਨਾ। ਐਵੇਂ ਕਹਿ ਕੇ ਸਿਰ ਤੇ ਚੁੱਕ ਕੇ ਘੜਾ ਗੁਰੂ ਜੀ ਦੇ ਕੋਲ ਆ ਗਏ ਹਨ। ਆਗੇ ਸ਼੍ਰੀ ਅੰਗਦ ਗੁਰੂ ਚਾਹੇ ਕਰਿਓ ਸ਼ਨਾਨਾ। ਗੁਰੂ ਅੰਗਦ ਸਾਹਿਬ ਜੀ ਬੈਠੇ ਨੇ, ਉਡੀਕ ਕਰ ਰਹੇ ਨੇ ਵੀ ਆ ਕੇ ਮੈਨੂੰ ਇਸ਼ਨਾਨ ਕਰਾ ਦੇਣਗੇ। ਚੌਕੀ ਪਰ ਤਬ ਖੜੇ ਥੇ ਸੁਣ ਸ਼੍ਰਵਣ ਨਿਬੰਦਾ। ਕਹਿੰਦੇ ਚੌਂਕੀ ਤੇ ਮਹਾਰਾਜ ਖੜੇ ਸੀ, ਸਾਰੇ ਬਿਰਤੰਤ ਨੂੰ ਸੁਣ ਕੇ, ਸਾਰੇ ਬਿਰਤੰਤ ਨੂੰ ਜਾਣਦੇ ਸਨ, ਮਹਾਰਾਜ ਜਾਣੀ ਜਾਣ ਸਨ, ਚੁੱਪ ਕਰਕੇ ਬੈਠੇ ਹਨ। ਅਤ ਤ੍ਰਿਤ ਜਾਨੀ ਦਾਸ ਮੈਂ ਚਾਹਤ ਪ੍ਰਕੰਠਾ। ਪੁੱਛਿਆ ਨਹੀਂ ਫਿਰ ਵੀ ਕਿ ਵੀ ਤੇਰੇ ਨਾਲ ਗੱਲ ਕੀ ਬਣੀ। ਕਹਿੰਦੇ ਵੇਨੇ ਆ ਦਾਸ ਦੇ ਵਿੱਚ ਕਿੰਨਾ ਧੀਰਜ ਹੈ। ਆਇਓ ਨਿਕਟ ਬਤਾਏ ਨਹਿ ਲਗ ਸੇਵ ਸੁਜਾਨਾ। ਕਹਿੰਦੇ ਇੰਨੀ ਵੱਡੀ ਗੱਲ ਇਹਨੂੰ ਉਹਨੇ ਜੁਲਾਈ ਨੇ ਕਹੀ, ਇਹਨੇ ਆ ਕੇ ਦੱਸਿਆ ਨਹੀਂ, ਸਾਨੂੰ ਸ਼ਿਕਾਇਤ ਨਹੀਂ ਕੀਤੀ। ਕਿਉਂ? ਸਿੱਖ ਨੂੰ ਪਤਾ ਹੈ ਬਿਨ ਬੋਲਿਆ ਸਭ ਕੇ ਜਾਣਦਾ ਕਿਸ ਆਗੇ ਕੀਚੇ ਅਰਦਾਸ। ਸਿੱਖ ਨੂੰ ਇਹ ਪਤਾ ਹੈ ਮੈਨੂੰ ਮੇਰੇ ਗੁਰੂ ਨੂੰ ਦੱਸਣ ਦੀ ਕੀ ਲੋੜ ਹੈ। ਜੇ ਗੁਰੂ ਨੂੰ ਦੱਸਣਾ ਪੈ ਗਿਆ ਫਿਰ ਉਹ ਗੁਰੂ ਕਾਹਦਾ ਹੋਇਆ, ਫਿਰ ਉਹ ਪ੍ਰੇਮ ਕਾਹਦਾ ਹੋਇਆ ਜੇ ਪ੍ਰੇਮ ਵਿੱਚ ਦੱਸਣਾ ਹੀ ਪੈ ਗਿਆ। ਕਹਿੰਦੇ ਇਸ ਕਰਕੇ ਕਹਿੰਦੇ ਨੇ ਮੈਨੂੰ ਦੱਸਣ ਦੀ ਕੀ ਲੋੜ ਹੈ, ਮੇਰਾ ਗੁਰੂ ਮੇਰੇ ਦਿਲ ਦੀ ਜਾਣਦਾ, ਮੈਂ ਆਪਣੇ ਗੁਰੂ ਦੇ ਦਿਲ ਦੀ ਜਾਣਦਾ, ਗੁਰੂ ਮੇਰੇ ਦਿਲ ਦੀ ਜਾਣਦਾ ਹੈ। ਚਰਨ ਪਖਾਰੇ ਸੋਚ ਜੁਤ ਕਰਵਾਏ ਇਸ਼ਨਾਨਾ। ਕਹਿੰਦੇ ਗੁਰੂ ਸਾਹਿਬ ਦੇ ਚਰਨ ਧਵਾਏ ਤੇ ਗੁਰੂ ਜੀ ਨੂੰ ਇਸ਼ਨਾਨ ਕਰਾਇਆ ਹੈ। ਭਈ ਜੁਲਾਹੀ ਬਾਵਰੀ ਤਿਨਕੇ ਬਚ ਭਾਖੇ। ਕਹਿੰਦੇ ਅਸਲ ਦੇ ਵਿੱਚ ਉਧਰ ਉਹਨਾਂ ਕਿਹਾ ਸੀ ਨਾ ਕਮਲੀ ਹੈ ਤੂੰ, ਕਮਲੀ ਹੋ ਗਈ। ਗੁਰੂ ਦੇ ਸਿੱਖ ਦੇ ਬਚਨਾਂ ਦੀ ਤਾਕਤ ਹੀ ਇੰਨੀ ਹੈ। ਸ਼੍ਰੀ ਅਮਰਦਾਸ ਜੀ ਕਹਿੰਦੇ ਉਹ ਕਹਿੰਦੀ ਹੈ, ਕਹਿੰਦੇ ਤੂੰ ਨਥਾਵਾ ਹੈ, ਅੱਗੋਂ ਕਿਹਾ ਬੀਬੀ ਕਮਲੀ ਹੋ ਗਈ ਹੈ ਤੂੰ, ਤੈਨੂੰ ਗੁਰੂ ਦੇ ਮਹਾਤਮ ਦਾ ਨਹੀਂ ਪਤਾ। ਕਹਿੰਦੇ ਜੁਲਾਈ ਕਮਲੀ ਹੋ ਗਈ, ਬਾਵਲੀ ਹੋ ਗਈ।
ਉਹਨੂੰ ਨਹੀਂ ਪਤਾ ਹੈ, ਉਹਦੇ ਗੁਰੂ ਦੀ ਮਹੱਤਵਤਾ ਨੂੰ ਨਹੀਂ ਜਾਣਿਆ ਹੈ। ਦੰਤਨ ਕਾਟਤ ਮੁਖ ਬਕੇ ਔਰ ਜਿਮ ਅਖਿਲਾਖੇ। ਆਪਣੇ ਦੰਦਾਂ ਨੂੰ ਕੱਟਦੀ ਹੈ ਹੱਥਾਂ ਨਾਲ, ਆਪਣੇ ਜਿਹੜੇ ਹੱਥ ਨੇ ਦੰਦਾਂ ਵਿੱਚ ਪਾਉਂਦੀ ਹੈ, ਕੱਟੀ ਜਾਂਦੀ ਹੈ, ਪਤਾ ਨਹੀਂ ਕੀ ਕੀ ਬੋਲੀ ਜਾਂਦੀ ਹੈ, ਕਮਲੀ ਹੋ ਗਈ। ਕਿਉਂ? ਗੁਰੂ ਦੇ ਸਿੱਖ ਦਾ ਵਾਕ ਸਿੱਧ ਹੋ ਗਿਆ। ਸ਼੍ਰੀ ਅਮਰਦਾਸ ਜੀ ਜਿਹੜੇ ਸੇਵਾ ਦੇ ਪੁੰਜ ਨੇ, ਤੋ ਇੱਥੋਂ ਤੱਕ ਦੀ ਕਥਾ ਆਪਾਂ ਸ਼ਰਵਣ ਕੀਤੀ ਹੈ। ਕੱਲ ਨੂੰ ਅੱਗੇ ਹੁਣ ਜਿਹੜੀ ਕਥਾ ਚੱਲੇਗੀ, ਜਿਹਦੇ ਵਿੱਚ ਉਹਦਾ ਕਮਲੀ ਦਾ ਉਧਾਰ ਕਿਵੇਂ ਹੋਣਾ ਹੈ ਤੇ ਕਿਹੜੇ ਕਿਹੜੇ ਬਚਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹੜੇ ਨੇ, ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਉਹਨਾਂ ਨੂੰ ਦੇਣੀਆਂ ਨੇ। ਕੱਲ ਦਿਆਂ ਦੀਵਾਨਾਂ ਦੇ ਵਿੱਚ ਆਪਾਂ ਫਿਰ ਅੱਗੇ ਜਿਹੜਾ ਇਤਿਹਾਸ ਚੱਲੇਗਾ ਉਹ ਵਿਚਾਰਾਂਗੇ। ਗੁਰੂ ਦੀ ਕਿਰਪਾ ਕਰਨ, ਜਿੰਨੇ ਪ੍ਰਾਣੀ ਆਪ ਜੀ ਚੱਲ ਕੇ ਆਉਂਦੇ ਹੋ, ਸਭ ਨੂੰ ਆਪਣੇ ਦਰੋਂ ਘਰੋਂ ਸੇਵਾ ਦੀ ਦਾਤ, ਨਾਮ ਦੀ ਦਾਤ, ਗੁਰਬਾਣੀ ਦੀ ਦਾਤ ਬਖਸ਼ਣ। ਸਭਨਾਂ ਦੇ ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਸਭਨਾਂ ਨੂੰ ਗੁਰੂ ਸਾਹਿਬ ਦੇ ਅਰੋਗਤਾ ਦੀ ਦਾਤ ਬਖਸ਼ਣ। ਆਪ ਜੀ ਇਸੇ ਤਰੀਕੇ ਨਾਲ ਗੁਰੂ ਦੀ ਸੰਗਤ ਵਿੱਚ ਆਓ। ਗੁਰੂ ਦੇ ਇਸ ਪਾਵਨ ਦੀਵਾਨਾਂ ਦਾ ਆਪਾਂ ਆ ਕੇ ਬੈਠਦੇ ਹਾਂ, ਗੁਰੂ ਦੇ ਦੀਵਾਨ ਸਜਦੇ ਨੇ, ਰੌਣਕ ਵੱਧਦੀ ਹੈ। ਆਪ ਜੀ ਆਓ, ਹੋਰਾਂ ਨੂੰ ਵੀ ਪ੍ਰੇਰਿਤ ਕਰੋ, ਕਿਉਂਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਇੱਕ ਹੀ ਪੁੰਨ ਹੈ, ਗੋਬਿੰਦ ਦੇ ਗੁਣ ਗਾਉਣੇ, ਪਰਮੇਸ਼ਰ ਨੂੰ ਯਾਦ ਕਰਨਾ। ਇਹ ਜਦੋਂ ਅਸੀਂ ਸੰਗਤ 'ਚ ਬੈਠਦੇ ਹਾਂ, ਪਰਮੇਸ਼ਰ ਚੇਤੇ ਆਉਂਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।